ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਾਈ ਨੇਮ ਇਜ਼ ਨਵਜੋਤ ਕੌਰ ਐਜ਼ ਅ ਆਈਲੈਟਸ ਟ੍ਰੇਨਰ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਹੈਡਿੰਗਸ ਕਰਾਂਗੇ ਕਿਉਂਕਿ ਰੀਸੈਂਟਲੀ ਮੈਨੂੰ ਇੱਕ ਬੱਚੇ ਨੇ ਪਿਆਰੇ ਜਿਹੇ ਬੱਚੇ ਨੇ ਕਮੈਂਟ ਕੀਤਾ ਹੈ ਕਿ ਮੈਮ ਲਿਸਟ ਆਫ ਹੈਡਿੰਗ ਤੇ ਵੀਡੀਓਜ਼ ਬਣਾਉਣ ਸਮੇਂ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ। ਤੇ ਇਹ ਵੀਡੀਓ ਉਹਨਾਂ ਸਾਰਿਆਂ ਬੱਚਿਆਂ ਦੇ ਲਈ ਹੈ ਜਿਨ੍ਹਾਂ ਨੂੰ ਲਿਸਟ ਆਫ ਹੈਡਿੰਗਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਧਿਆਨ ਦੇ ਨਾਲ ਦੇਖਿਓ, ਤੁਹਾਡੇ ਸਾਰੇ ਡਾਊਟਸ ਇੱਥੇ ਕਲੀਅਰ ਹੋ ਜਾਣਗੇ। ਡੀਪਲੀ ਹਰੇਕ ਚੀਜ਼ ਮੈਂ ਸਮਝਾਵਾਂਗੀ, ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਇਸ ਵੀਡੀਓ ਨੂੰ। ਜੇਕਰ ਧਿਆਨ ਦੇ ਨਾਲ ਦੇਖੋਗੇ ਕਿ ਤੁਹਾਡੀ ਰੀਡਿੰਗ 110% ਇੰਪਰੂਵ ਹੋਵੇਗੀ। ਦੇਖੋ, ਰੀਡਿੰਗ ਲਈ ਬੱਚੇ ਦੋ ਚੀਜ਼ਾਂ ਹਮੇਸ਼ਾ ਹੋਣੀਆਂ ਬਹੁਤ ਜ਼ਰੂਰੀ ਆ। ਕਈ ਕਹਿ ਦਿੰਦੇ ਆ ਵੋਕੈਬਲਰੀ ਹੋਣਾ ਬਹੁਤ ਜ਼ਰੂਰੀ ਆ। ਦੇਖੋ ਬੱਚੇ, ਮੈਂ ਵੋਕੈਬਲਰੀ ਨੂੰ ਵੀ ਇੱਕ ਸਾਈਡ ਰੱਖਦੀ ਆ। ਮੈਂ ਹਮੇਸ਼ਾ ਦੋ ਚੀਜ਼ਾਂ ਰੀਡਿੰਗ ਦੇ ਵਿੱਚ ਇੰਪੋਰਟੈਂਟ ਮੰਨਦੀ ਹੈਗੀ ਆ। ਉਹ ਤੁਹਾਡਾ ਕੰਸੈਂਟਰੇਸ਼ਨ ਤੇ ਦੂਜੇ ਨੰਬਰ ਤੇ ਤੁਹਾਡੀ ਅੰਡਰਸਟੈਂਡਿੰਗ। ਇਹ ਦੋਵੇਂ ਚੀਜ਼ਾਂ ਇਕੱਠੀਆਂ ਹੀ ਆਉਣੀਆਂ। ਇਹਨਾਂ ਚੋਂ ਇੱਕ ਵੀ ਚਲ ਗਈ ਤੇ ਦੂਸਰੀ ਨੇ ਨਹੀਂ ਟਿਕਣਾ। ਜੇ ਤੁਹਾਡਾ ਕੰਸੈਂਟਰੇਸ਼ਨ ਆ ਤੇ ਤੁਹਾਡੀ ਅੰਡਰਸਟੈਂਡਿੰਗ ਬਣੇਗੀ, ਤੇ ਜੇ ਤੁਹਾਡੀ ਅੰਡਰਸਟੈਂਡਿੰਗ ਨਹੀਂ ਬਣ ਰਹੀ, ਇਟ ਮੀਨਸ ਤੁਹਾਡਾ ਕੰਸੈਂਟਰੇਸ਼ਨ ਹੀ ਹੈਗਾ। ਜਿੰਨੀ ਮਰਜ਼ੀ ਤੁਹਾਨੂੰ ਦੁਨੀਆ ਦੀ ਨੌਲੇਜ ਹੈ, ਰੀਡਿੰਗ ਕਰ ਰਹੇ ਹੋ ਤੁਸੀਂ, ਠੀਕ ਹੈ, ਬਟ ਧਿਆਨ ਹੀ ਨਹੀਂ ਤੁਹਾਡਾ ਰੀਡਿੰਗ ਵੱਲ ਹੈਗਾ, ਤੁਸੀਂ ਰੀਡਿੰਗ ਕਿਵੇਂ ਸੋਲਵ ਕਰ ਲਓਗੇ? ਉੱਥੇ ਤੁਹਾਡੀ ਨੌਲੇਜ, ਉੱਥੇ ਵੋਕੈਬਲਰੀ ਤੁਹਾਡੀ ਕੀ ਕਰ ਲੇਗੀ? ਇਸ ਕਰਕੇ ਤੁਹਾਡਾ ਕੰਸੈਂਟਰੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਆਰਾਮ ਦੇ ਨਾਲ ਅੰਡਰਸਟੈਂਡ ਕਰਕੇ ਚੀਜ਼ਾਂ ਨੂੰ ਸਮਝ ਰਹੇ ਹੋ, ਤੁਸੀਂ ਨਿਊ ਵਰਡ ਸਿੱਖ ਜੂਗੇ ਤੇ ਆਪਣੇ ਆਪ ਤੁਹਾਡੀ ਵੋਕੈਬਲਰੀ ਇਨਹਾਂਸ ਹੋ ਜਾਏਗੀ। ਕਈ ਬੱਚੇ ਕੀ ਕਰਦੇ ਕਿ ਬੁੱਕਸ ਰੀਡ ਕਰਨਾ ਸਟਾਰਟ ਕਰ ਦਿੰਦੇ, ਨਵੇਂ ਵਰਡਸ ਸਿੱਖਣਾ ਸਟਾਰਟ ਕਰ ਦਿੰਦੇ। ਸਭ ਤੋਂ ਪਹਿਲਾਂ ਤੁਸੀਂ ਆਪਣਾ ਕੰਸੈਂਟਰੇਸ਼ਨ ਪਾਵਰ ਨੂੰ ਇਨਕਰੀਜ਼ ਕਰਨਾ ਸਿੱਖੋ ਰੀਡਿੰਗ ਦੇ ਵਿੱਚ, ਕਿਉਂਕਿ ਰੀਡਿੰਗ ਨੂੰ ਜਿਉਂ-ਜਿਉਂ ਤੁਸੀਂ ਕਰੀ ਜਾਓਗੇ ਨਾ, ਤਿਉਂ ਤੋਂ ਤੁਹਾਡੀ ਨੌਲੇਜ ਵੱਧ ਜਾਣੀ ਆ, ਤੁਹਾਨੂੰ ਨਿਊ ਵਰਡਸ ਸਿੱਖਣ ਨੂੰ ਮਿਲੀ ਜਾਣੇ ਆ, ਤੇ ਤੁਹਾਡੀ ਨੌਲੇਜ ਤੇ ਜੋ ਤੁਹਾਡੀ ਵੋਕੈਬਲਰੀ ਆ ਉਹ ਰੀਡਿੰਗ ਨੂੰ ਪੜ੍ਹ ਕੇ ਹੀ ਇਨਕਰੀਜ਼ ਹੋ ਜਾਣੀ ਆ। ਕੋਈ ਐਕਸਟਰਾ ਬੁੱਕਸ ਨੂੰ ਰੀਡ ਕਰਕੇ ਤੁਹਾਨੂੰ ਨੌਲੇਜ ਗੈਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਜਸਟ ਇੱਕ ਟਾਈਮ ਵੇਸਟ ਹੀ ਆ ਤੁਹਾਡਾ। ਜੇ ਵੀ ਤੁਸੀਂ ਕਰਨਾ ਹੈ ਤਾਂ ਤੁਹਾਡੀ ਵਿਸ਼ਾ ਤੁਸੀਂ ਕਰ ਸਕਦੇ ਹੋ, ਬਟ ਮੈਂ ਹਮੇਸ਼ਾ ਬੱਚੇ ਨੂੰ ਇਹੀ ਚੀਜ਼ ਕਹਿੰਦੀ ਆ ਕਿ ਰੀਡਿੰਗ ਕਰੋ। ਸਭ ਤੋਂ ਪਹਿਲਾਂ ਆਪਣਾ ਕੰਸੈਂਟਰੇਸ਼ਨ ਪਾਵਰ ਡਿਵੈਲਪ ਕਰੋ। ਹਰੇਕ ਜੋ ਕੁਐਸਚਨ ਟਾਈਪ ਹੈਗੀ ਉਹਦੀ ਟੈਕਨੀਕਸ ਸਿੱਖੋ ਵੀ ਇਹਨੂੰ ਕਿਸ ਵੇ ਦੇ ਨਾਲ ਕਰਨਾ ਹੈ, ਤਾਂ ਜੋ ਤੁਹਾਡਾ ਕੰਸੈਂਟਰੇਸ਼ਨ ਪਾਵਰ ਸਹੀ ਗਾਈਡੈਂਸ ਤੇ ਲੱਗ ਸਕੇ। ਇਹਨੂੰ ਸਮਝੋ ਵੀ ਇਹ ਬਹੁਤ ਵਧੀਆ ਇੱਕ ਮੋਡਿਊਲ ਤੁਹਾਡਾ ਆਈਲੈਟਸ ਦਾ ਹੈਗਾ ਏ, ਤੇ ਮੈਂ 100% ਐਫਰਟ ਲਾ ਕੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ। ਰੀਜ਼ ਨਾ ਪੜਿਆ ਕਰੋ। ਤੁਸੀਂ ਪੜ੍ਹਦੇ ਟਾਈਮ ਹੀ ਜਦੋਂ ਤੁਹਾਡਾ ਰੀਡਿੰਗ ਦਾ ਮੋਡਿਊਲ ਆ ਜਾਂਦਾ, ਤੁਸੀਂ ਕਹਿੰਦੇ ਓਹੋ ਰੀਡਿੰਗ ਆ ਗਈ ਜੀ, ਰੀਡਿੰਗ ਕਰਨੀ ਪੈਣੀ ਹੈ। ਨਹੀਂ ਬੱਚੇ, ਆਰਾਮ ਦੇ ਨਾਲ ਦੇਖੋ, ਕੰਸੈਂਟਰੇਸ਼ਨ ਲਾ ਕੇ ਦੇਖੋ, ਨਿਊ ਵਰਡਸ ਸਿੱਖ ਕੇ ਦੇਖੋ। ਇਹ ਦੇਖਿਆ ਕਰੋ ਵੀ ਕਿਹੜੇ ਇਹ ਆਨਸਰ ਮੇਰਾ ਗਲਤ ਕਿਉਂ ਹੋਇਆ, ਮੈਨੂੰ ਕਿਉਂ ਨਹੀਂ ਸਮਝ ਲੱਗਾ, ਇਹਦੇ ਪਿੱਛੇ ਰੀਜ਼ਨ ਕੀ ਸੀ, ਮੈਂ ਉਹਦੀ ਅੰਡਰਸਟੈਂਡਿੰਗ ਨਹੀਂ ਕਰ ਪਾਇਆ, ਜਾਂ ਇਹ ਨਿਊ ਵਰਡ ਸੀ ਮੇਰੇ ਲਈ, ਹਨਾ, ਇਹ ਵਰਡ ਦੇ ਕਰਕੇ ਹੋਇਆ, ਜਾਂ ਮੇਰਾ ਧਿਆਨ ਕਿਤੇ ਹੋਰ ਸੀ। ਉਹ ਰੀਜ਼ਨ ਫਾਈਂਡ ਆਊਟ ਕਰੋ। ਜਦੋਂ ਤੁਸੀਂ ਰੀਜ਼ਨ ਫਾਈਂਡ ਆਊਟ ਕਰੋਗੇ ਤਾਂ ਹੀ ਤਾਂ ਤੁਹਾਡੀ ਇੰਪਰੂਵਮੈਂਟ ਆਏਗੀ ਨਾ। ਹੁਣ ਮੈਂ ਭੱਜ ਰਹੀ ਹਾਂ, ਭੱਜਦੀ ਮੈਂ ਡਿੱਗ ਗਈ। ਹੁਣ ਮੈਂ ਜੇ ਇਹ ਨਹੀਂ ਦੇਖਾਂਗੀ ਕਿ ਮੈਂ ਕਿਉਂ ਡਿੱਗੀ, ਕਿ ਮੈਂ ਦੇਖਿਆ ਨਹੀਂ ਨੀਚੇ, ਮੈਂ ਜਦ ਬਹੁਤ ਜ਼ਿਆਦਾ ਫਾਸਟ ਭੱਜ ਰਹੀ ਸੀ, ਜੇ ਮੈਂ ਚੀਜ਼ ਨੂੰ ਐਨਾਲਾਈਜ਼ ਨਹੀਂ ਕਰਾਂਗੀ ਤੇ ਮੈਂ ਅਗੇਨ ਡਿੱਗਾਂਗੀ। ਸੇਮ ਹੀ ਚੀਜ਼ ਹੈ ਰੀਡਿੰਗ ਦੇ ਵਿੱਚ। ਜੇ ਅੱਜ ਰੀਡਿੰਗ ਨੂੰ ਤੁਸੀਂ ਸਮਝੋਗੇ ਨਹੀਂ ਕਿ ਤੁਹਾਡੇ ਸਕੋਰ ਕਿਉਂ ਡਾਊਨ ਜਾ ਰਹੇ ਆ, ਕਿ ਤੁਹਾਡਾ ਕੰਸੈਂਟਰੇਸ਼ਨ ਪਾਵਰ ਨਹੀਂ ਲੱਗ ਰਿਹਾ, ਜਾਂ ਤੁਹਾਡੀ ਅੰਡਰਸਟੈਂਡਿੰਗ ਨਹੀਂ ਬਣ ਰਹੀ, ਜਾਂ ਤੁਹਾਨੂੰ ਵਰਡ ਨਹੀਂ ਸਮਝ ਲੱਗ ਰਹੇ, ਤੇ ਕਨਫਿਊਜ਼ਨ ਹੋਰ ਅੱਗੇ ਜਾ ਕੇ ਵਧੇਗੀ, ਹੋਰ ਅੱਗੇ ਤੁਹਾਡੇ ਮਾਰਕਸ ਡਿਕਰੀਜ਼ ਹੀ ਹੋਣਗੇ। ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਨੂੰ ਇਹ ਵੀ ਚੀਜ਼ ਫਾਈਂਡ ਆਊਟ ਕਰਨੀ ਚਾਹੀਦੀ ਕਿ ਕੀ ਗੱਲ ਜੋ ਮੈਂ ਕੁਐਸਚਨ ਕਰ ਰਿਹਾ ਹੈ ਉਹਨੂੰ ਕਰਨ ਦਾ ਇਹ ਇੱਕ ਸਹੀ ਵੇ ਆ, ਮੈਨੂੰ ਇੱਕ ਸਹੀ ਗਾਈਡੈਂਸ ਪਤਾ ਹੈ, ਮੈਨੂੰ ਇੱਕ ਸਹੀ ਗਾਈਡੈਂਸ ਜਿਹੜੀ ਮੇਰੇ ਟੀਚਰਸ ਹੈਗੇ ਆ, ਮੇਰੇ ਟੀਚਰਸ ਤੋਂ ਮੈਨੂੰ ਸਹੀ ਗਾਈਡੈਂਸ ਮਿਲ ਰਹੀ ਆ ਕਿ ਉਹ ਮੈਨੂੰ ਸਹੀ ਤਰੀਕੇ ਨਾਲ ਟੀਚ ਕਰ ਰਹੇ ਹੈਗੇ ਆ। ਜੋ ਤੁਹਾਨੂੰ ਸਹੀ ਤਰੀਕੇ ਨਾਲ ਟੀਚ ਕਰ ਰਿਹਾ, ਤੁਹਾਡਾ ਕੰਸੈਂਟਰੇਸ਼ਨ ਪਾਵਰ ਨਹੀਂ ਲੱਗ ਰਿਹਾ, ਉਹ ਚੀਜ਼ ਨੂੰ ਡਿਵੈਲਪ ਕਰੋ। ਸੋ ਹਮੇਸ਼ਾ ਯਾਦ ਰੱਖੋ, ਅੰਡਰਸਟੈਂਡਿੰਗ ਇਜ਼ ਮਚ ਮੋਰ ਇੰਪੋਰਟੈਂਟ ਐਜ਼ ਕੰਪੇਅਰ ਟੂ ਅਦਰ ਥਿੰਗਸ। ਸੋ ਕੰਸੈਂਟਰੇਸ਼ਨ ਪਾਵਰ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਰੀਡਿੰਗ ਮੋਡਿਊਲਸ ਦੇ ਵਿੱਚ, ਠੀਕ ਹੈ ਜੀ। ਚਲੋ ਹੁਣ ਆਪਾਂ ਰੀਡਿੰਗ ਨੂੰ ਸਟਾਰਟ ਕਰਦੇ ਹੈਗੇ ਆ। ਦੇਖੋ ਬੱਚੇ, ਰੀਡਿੰਗ ਮੋਡਿਊਲ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਤੁਸੀਂ ਇਨਸਟਰਕਸ਼ਨਸ ਜ਼ਰੂਰ ਰੀਡ ਕਰਨੀਆਂ ਹੈਗੀਆਂ। ਇਨਸਟਰਕਸ਼ਨ ਜਿਵੇਂ ਇਹਦੇ ਵਿੱਚ NB ਦੇ ਵਿੱਚ ਦਿੱਤੀਆਂ ਹੋਈਆਂ ਏ, ਕਹਿੰਦੇ You may use any letter more than once. It means ਤੁਸੀਂ ਕੋਈ ਵੀ ਇੱਕ ਲੈਟਰ ਇੱਕ ਤੋਂ ਜ਼ਿਆਦਾ ਵਾਰ ਯੂਜ਼ ਕਰ ਸਕਦੇ ਹੋ। ਜਿਵੇਂ ਤੁਹਾਡਾ ਆਨਸਰ ਜੋ ਸੈਕਸ਼ਨ A ਆ, ਇਹਨੂੰ ਜ਼ਿਆਦਾ ਵਾਰ ਤੁਸੀਂ ਯੂਜ਼ ਕਰ ਸਕਦੇ, ਮਤਲਬ ਇਹ 2-3 ਵਾਰ ਆ ਸਕਦਾ, ਇੱਥੇ ਵੀ ਆ ਸਕਦਾ, ਇੱਥੇ ਵੀ ਆ ਸਕਦਾ, ਇੱਥੇ ਵੀ ਆ ਸਕਦਾ, 2 ਵਾਰ ਵੀ ਆ ਸਕਦਾ, 3 ਵਾਰ ਵੀ ਆ ਸਕਦਾ। ਇਹ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈ। ਇੱਕ ਤੋਂ ਜ਼ਿਆਦਾ ਵਾਰ ਵੀ ਉਹ ਜਿਹੜੇ ਹੈਗੇ ਆ ਯੂਜ਼ ਹੋ ਸਕਦੇ। ਅਗਰ ਇੱਥੇ ਲਿਖਿਆ ਤੇ 110% ਕੋਈ ਇੱਕ ਲੈਟਰ ਅਗੇਨ ਯੂਜ਼ ਹੋਊਗਾ। ਅਗਰ ਏਦਾਂ ਨਹੀਂ ਲਿਖਿਆ ਹੁੰਦਾ ਤੇ ਉਹ ਰਿਪੀਟ ਨਹੀਂ ਹੁੰਦਾ। ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ, ਠੀਕ ਹੈ। ਇਹਦੇ ਨਾਲ ਤੁਹਾਡੇ ਬ੍ਰੇਨ ਨੂੰ ਇੱਕ ਸਿਗਨਲ ਮਿਲ ਜਾਂਦਾ ਹੈ ਕਿ ਪੈਰਾਗ੍ਰਾਫਸ ਮੇਰੇ ਹੈਗੇ ਉਹ ਰਿਪੀਟ ਹੋਣਗੇ ਜਾਂ ਨਹੀਂ ਹੋਣਗੇ।
ठीक है जी। ਹੁਣ ਦੇਖੋ ਫਸਟ ਪੈਰਾਗ੍ਰਾਫ ਨੂੰ ਪੜ੍ਹਦੇ ਆ, ਬਹੁਤ ਹੀ ਧਿਆਨ ਦੇ ਨਾਲ ਦੇਖਿਓ, ਨਾਲ ਨਾਲ ਮੇਰੇ ਸਮਝਣਾ ਹੈ, ਨਾਲ ਨਾਲ ਰੀਡ ਕਰਨਾ ਹੈ, ਤਾਂ ਜੋ ਜਦੋਂ ਤੁਸੀਂ ਖੁਦ ਆਪ ਕਰੋ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਾ ਆਵੇ, ਤੁਸੀਂ ਖੁਦ ਆਪਣੇ ਆਪ ਕਰ ਸਕੋ। ਠੀਕ ਹੈ ਜੀ। ਦੇਖੋ ਜੀ, ਕਹਿੰਦੇ ਇਹ ਪੈਸੇਜ ਦੇਖੋ ਕਿਹਦੇ ਬਾਰੇ ਆ, ਲੈਕ ਆਫ ਸਲੀਪ ਦੇ ਬਾਰੇ ਪੈਸੇਜ ਹੈਗਾ। ਜੋ ਆਪਣਾ ਪੈਰਾਗ੍ਰਾਫ ਆ ਉਹ ਕੀ ਕਹਿ ਰਿਹਾ, ਕਹਿੰਦੇ ਇਟ ਇਜ਼ ਐਸਟੀਮੇਟਡ ਦੈਟ ਜੋ ਐਵਰੇਜ ਮੈਨ ਐਂਡ ਵੂਮਨ ਐਂਡ ਨੀਡਸ ਬਿਟਵੀਨ 7.5 ਐਂਡ 8 hours sleep a night। ਜੋ ਇੱਕ ਐਵਰੇਜ ਮੈਨ ਆ ਨਾ, ਉਹਨੂੰ ਕਿੰਨੇ ਟਾਈਮ ਦੀ ਜੋ ਨੀਂਦ ਦੀ ਜ਼ਰੂਰਤ ਹੁੰਦੀ ਹੈ, 7.5 hour ਜਾਂ ਫਿਰ 8 hour ਦੀ ਨੀਂਦ ਦੀ ਜ਼ਰੂਰਤ ਉਹਨੂੰ ਹੁੰਦੀ ਆ ਇੱਕ ਰਾਤ ਦੇ ਵਿੱਚ। ਕਹਿੰਦੇ ਸਮ ਕੈਨ ਮੈਨੇਜ ਅ ਲੋਟ ਲੈਸ, ਕਈ ਤਾਂ ਕਹਿੰਦੇ ਥੋੜੇ ਚ ਹੀ ਮੈਨੇਜ ਕਰ ਲੈਂਦੇ ਆ, ਮਤਲਬ 7-8 ਘੰਟੇ ਤੋਂ ਵੀ ਥੋੜਾ ਸੌਂਦੇ ਆ ਤੇ ਆਪਣੇ ਆਪ ਨੂੰ ਮੈਨੇਜ ਕਰ ਲੈਂਦੇ ਆ। ਬ੍ਰੋਨਸ Thatcher, for example, was reported to be able to get by on 4 hours sleep a night when she was a prime minister of Britain। ਇੱਕ ਬੰਦੇ ਦੀ ਗੱਲ ਕਰ ਰਹੇ ਆ ਬ੍ਰੋਨਸ ਥੈਚਰ, ਕਹਿੰਦੇ ਆ ਵੀ ਉਹ ਸਿਰਫ 4 ਘੰਟੇ ਦੀ ਨੀਂਦ ਹੀ ਲੈਂਦਾ ਹੁੰਦਾ ਸੀ ਇੱਕ ਰਾਤ ਦੇ ਵਿੱਚ, ਜਦੋਂ ਕਿ ਉਹ ਪ੍ਰਾਈਮ ਮਿਨਿਸਟਰ ਹੁੰਦਾ ਸੀ ਬ੍ਰਿਟੇਨ ਦਾ। ਡਾਕਟਰ ਜਿਲ ਵਿਲਕਨਸਨ, a senior lecturer in psychology at the Surrey University, co-author of Psychology in counseling and therapeutic practices, state that जो healthy individuals are sleep less than 5 hours or even as little as 2 hours in every 24 hours are rare but present sizable minority। ਹੁਣ ਧਿਆਨ ਦੇ ਨਾਲ ਦੇਖਿਓ, ਕਹਿੰਦੇ ਜੋ ਵਿਲਕਿਨਸਨ ਸੀਨੀਅਰ ਲੈਕਚਰਰ ਆ ਸਾਈਕੋਲੋਜੀ ਸਰੀ ਯੂਨੀਵਰਸਿਟੀ ਦੇ ਵਿੱਚ, ਉਹਨੇ ਕੀ ਕਿਹਾ, ਕਹਿੰਦੇ ਕਿ ਜੋ ਹੈਲਥੀ ਇੰਡੀਵਿਜੂਅਲ ਆ ਨਾ, ਉਹ 5 ਘੰਟੇ ਤੋਂ ਵੀ ਥੋੜੀ ਨੀਂਦ ਲੈਂਦੇ ਆ, ਜੋ ਇੱਕ ਹੈਲਥੀ ਇੰਡੀਵਿਜੂਅਲਸ ਹੁੰਦੇ ਆ। ਕਹਿੰਦੇ ਕਈ ਤੇ ਸਿਰਫ 24 ਘੰਟਿਆਂ ਦੇ ਵਿੱਚ ਸਿਰਫ 2 ਘੰਟੇ ਹੀ ਸੌਂਦੇ ਆ, ਤੇ ਇਦਾਂ ਦੇ ਲੋਕ ਬਹੁਤ ਹੀ ਰੇਅਰ ਹੁੰਦੇ ਆ, ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਆ, ਤੇ ਇਹਨਾਂ ਦਾ ਜੋ ਸਾਈਜ਼ੇਬਲ ਹੁੰਦਾ, ਮਤਲਬ ਜੋ ਇਹਨਾਂ ਦੀ ਗਿਣਤੀ ਆ ਉਹ ਮਾਇਨੇ ਰੱਖਦੀ ਹੈਗੀ ਆ। ਹੁਣ ਆਪਾਂ ਦੇਖਦੇ ਹਾਂ ਆਪਾਂ ਓਵਰਆਲ ਪੈਰਾਗ੍ਰਾਫ ਦੇ ਵਿੱਚ ਕੀ ਰੀਡ ਕੀਤਾ। ਇਹ ਨਹੀਂ ਹੈ ਕਿ ਫਟਾਫਟ ਰੀਡ ਕਰਕੇ ਤੁਸੀਂ ਆਪਣੇ ਪੈਸੇਜ ਤੇ ਚਲ ਜਾਣਾ ਹੈ ਆਪਣੇ ਕੁਐਸਚਨ ਟਾਈਪ ਨੂੰ ਫਾਈਂਡ ਆਊਟ ਕਰਨ, ਕਦੀ ਵੀ ਕਾਲੀ ਨਹੀਂ ਕਰਨੀ, ਕਿਉਂਕਿ ਜੇ ਤੁਸੀਂ ਫਟਾਫਟ ਰੀਡ ਕਰਕੇ ਉਧਰ ਜਾਓਗੇ, ਫਿਰ ਤੁਸੀਂ ਆਪਣੇ ਕੁਐਸਚਨਸ ਨੂੰ ਪੜੋਗੇ, ਫਿਰ ਪੈਸੇਜ ਨੂੰ ਪੜੋਗੇ, ਫਿਰ ਕੁਐਸਚਨਸ ਨੂੰ ਪੜੋਗੇ, ਇਹਦੇ ਨਾਲ ਫਿਰ ਅਗੇਨ ਕਨਫਿਊਜ਼ਨ ਹੋਏਗੀ। ਜਦੋਂ ਤੁਸੀਂ ਪੂਰਾ ਪੈਰਾਗ੍ਰਾਫ ਪੜ੍ਹਨਾ ਹੈ, ਪੈਰਾਗ੍ਰਾਫ ਪੜਨ ਤੋਂ ਬਾਅਦ ਤੁਸੀਂ ਤਾਂ ਪੂਰਾ ਉਹਦਾ ਕਨਕਲੂਜਨ ਨਿਚੋੜ ਕੱਢ ਲੈਣਾ ਹੈ, ਕਿ ਜਦੋਂ ਤੁਸੀਂ ਆਪਣੇ ਕੁਐਸਚਨ ਤੇ ਜਾਓ ਤੁਸੀਂ ਈਜ਼ੀਲੀ ਆਪਣੇ ਕੁਐਸਚਨਸ ਨੂੰ ਜਿਹੜਾ ਹੈਗਾ ਵਾ ਉਹ ਫਾਈਂਡ ਆਊਟ ਕਰ ਸਕੋ। ਕਲੀਅਰ ਹੈ ਜੀ। ਹੁਣ ਦੇਖੋ ਕੀ ਕਹਿ ਰਹੇ ਇਹਦੇ ਵਿੱਚ, ਸਭ ਤੋਂ ਪਹਿਲਾਂ ਤਾਂ ਆਪਾਂ ਇਹਦਾ ਕਨਕਲੂਜਨ ਕੱਢ ਲੈਂਦੇ ਆ, ਤੇ ਕਹਿੰਦੇ ਆ ਕਿ ਜੋ ਐਵਰੇਜ ਮੈਨ ਹੈਗਾ ਉਹ ਕਿੰਨੇ ਘੰਟੇ ਦੀ ਨੀਂਦ ਲੈਂਦਾ ਹੈਗਾ ਹੈ ਜੀ, 7.5 ਦੀ ਜਾਂ ਫਿਰ 8 hour ਦੀ। ਠੀਕ ਆ, ਕਈ ਤੇ ਕਹਿੰਦੇ ਥੋੜੇ ਚ ਗੁਜ਼ਾਰ ਲੈਂਦੇ ਆ। ਇੱਕ ਬ੍ਰੋਨਸ ਥੈਚਰ ਬੰਦਾ ਸੀ ਜੋ ਕਿ ਜਦੋਂ ਪ੍ਰਾਈਮ ਮਿਨਿਸਟਰ ਸੀ ਬ੍ਰਿਟੇਨ ਦਾ, ਸਿਰਫ ਉਹ 4 ਘੰਟਿਆਂ ਦੀ ਨੀਂਦ ਲੈਂਦਾ ਸੀ। ਡਾਕਟਰ ਜਿਲ ਵਿਲਕਨਸਨ ਕੀ ਕਹਿੰਦੇ ਆ ਕਿ ਜੋ ਹੈਲਥੀ ਇੰਡੀਵਿਜੂਅਲ ਹੁੰਦਾ ਉਹ ਸਲੀਪ ਲੈਂਦਾ ਹੈ, ਮਤਲਬ ਸੌਂਦਾ ਹੈਗਾ ਵਾ ਲੈਸ ਦੈਨ 5 hour, ਮਤਲਬ ਉਹ ਸਿਰਫ 5 ਘੰਟਿਆਂ ਤੋਂ ਵੀ ਘੱਟ ਦੀ ਨੀਂਦ ਲੈਂਦਾ, ਤੇ ਕਈ ਤਾਂ 2 ਘੰਟਿਆਂ ਚ ਗੁਜ਼ਾਰਾ ਕਰ ਲੈਂਦੇ ਆ, 24 ਘੰਟੇ ਚ, ਕਈ ਤਾਂ 2 ਘੰਟੇ ਹੀ ਸੌਂਦੇ ਆ, ਤੇ ਇਦਾਂ ਦੇ ਲੋਕ ਬਹੁਤ ਹੀ ਰੇਅਰ ਹੁੰਦੇ ਆ। ਠੀਕ ਹੈ ਜੀ। ਹੁਣ ਆਪਾਂ ਇਧਰ ਆਣ ਕੇ ਐਲੀਮੀਨੇਟ ਕਰਕੇ ਦੇਖਾਂਗੇ ਕਿ ਆਪਣਾ ਐਕੂਰੇਟ ਆਨਸਰ ਕਿਹੜਾ। ਇਹ ਨਹੀਂ ਆਪਾਂ ਦੇਖਣਾ ਕਿ ਮੇਰਾ ਆਨਸਰ ਕਿਹੜਾ, ਵੀ ਹੈਵ ਟੂ ਐਲੀਮੀਨੇਟ ਦੀ ਕੁਐਸਚਨਸ। ਜਦੋਂ ਆਪਾਂ ਐਲੀਮੀਨੇਟ ਕਰਾਂਗੇ ਤਾਂ ਆਪਾਂ ਨੂੰ ਆਪਣਾ ਆਨਸਰ ਬਹੁਤ ਈਜ਼ੀਲੀ ਫਾਈਂਡ ਆਊਟ ਹੋ ਜਾਏਗਾ। ਠੀਕ ਹੈ, ਲਾਸਟ ਤੋਂ ਐਲੀਮੀਨੇਟ ਕਰਨਾ ਸਟਾਰਟ ਕਰਦੇ ਆ। ਦੇਖੋ ਜੀ ਕੀ ਕਹਿੰਦੇ ਆ, the processes involved during sleeping। processes ਦੀ ਗੱਲ ਕੀਤੀ ਹੈ ਜੋ ਇਨਵੋਲਵ ਹੁੰਦੇ ਸਲੀਪਿੰਗ ਦੇ ਦੌਰਾਨ, ਸੋ ਇਹਦੀ ਵੀ ਕਿਤੇ ਗੱਲ ਨਹੀਂ ਹੋਈ। ਨੈਕਸਟ ਦੇਖੋ ਰੋਲ ਆਫ ਫਿਜ਼ੀਕਲ ਚੇਂਜ ਦਾ ਬੋਡੀ ਦੇ ਵਿੱਚ ਚੇਂਜ ਹੋਣਾ ਸਲੀਪਿੰਗ ਹੈਬਿਟਸ ਦੇ ਵਿੱਚ, ਸੋ ਇਹਦੀ ਵੀ ਕਿਤੇ ਗੱਲ ਨਹੀਂ ਹੋਈ। ਨੈਕਸਟ ਕਹਿੰਦੇ ਕਲੇਮਸ ਅਬਾਊਟ ਕਮਰਸ਼ੀਅਲਾਈਜ਼ਡ ਮੈਨ-ਮੇਡ ਪ੍ਰੋਡਕਟ ਫॉर ਸਲੀਪਲੈਸਨੈਸ, ਮਤਲਬ ਜਦੋਂ ਆਪਾਂ ਨੂੰ ਨੀਂਦ ਨਹੀਂ ਆਉਂਦੀ ਤੇ ਆਪਾਂ ਮੈਨ-ਮੇਡ ਪ੍ਰੋਡਕਟ ਮਤਲਬ ਮੈਡੀਸਨ ਲੈਂਦੇ ਆ, ਮੈਡੀਸਨਸ ਦੀ ਵੀ ਕਿਤੇ ਗੱਲ ਨਹੀਂ ਹੋਈ। A process by which sleep help us to remain mentally and physical healthy। ਜੋ sleep ਆ ਸਾਡੀ mentally ਔਰ physical healthy ਰਹਿਣ ਦੇ ਵਿੱਚ help ਕਰਦੀ ਆ। ਹੁਣ mentally ਤੇ physical healthy ਰਹਿਣ ਦੇ ਵਿੱਚ ਗੱਲ ਕਰਦੀ ਹੈ, ਇਹ ਕਿਤੇ ਵੀ ਗੱਲ ਨਹੀਂ ਹੋਈ। ਨੈਕਸਟ ਦੇਖੋ lifestyle change which can help overcome sleep related problem। ਜੇ ਆਪਾਂ lifestyle change ਕਰਾਂਗੇ ਤੇ ਜੋ sleep related problem ਘੱਟ ਹੋ ਜਾਣਗੀਆਂ, ਇਹਦੀ ਵੀ ਕਿਤੇ ਗੱਲ ਨਹੀਂ ਹੋਈ। ਨੈਕਸਟ ਦੇਖੋ some reasons, ਕੁਝ ਕਾਰਨ why people may suffer from sleep disorders। ਕਹਿੰਦੇ ਕੁਝ ਕਾਰਨ ਹੈਗੇ ਆ ਕਿਉਂ ਲੋਕੀ ਸਫਰ ਕਰਦੇ ਆ sleep disorders ਹੁੰਦੇ, sleep ਬਿਮਾਰੀਆਂ ਤੋਂ, ਨੀਂਦ ਦੀਆਂ ਬਿਮਾਰੀਆਂ ਤੋਂ ਕਿਉਂ ਲੋਕੀ ਸਫਰ ਕਰਦੇ, ਉਹਦੇ ਕੁਝ ਕਾਰਨ। ਹੁਣ ਆਪਾਂ ਕਾਰਨ ਵੀ ਇੱਥੇ ਰੀਡ ਨਹੀਂ ਕੀਤੇ, ਇਸ ਕਰਕੇ ਇਹ ਵੀ ਆਪਣਾ ਆਨਸਰ ਨਹੀਂ ਆਏਗਾ। ਤੇ 29 ਦੇਖਦੇ, ਕਹਿੰਦੇ ਐਨ ਇਨਵੈਸਟੀਗੇਸ਼ਨ ਹੋਈ into the result of sleep deprivation। ਤੇ ਦੇਖੋ ਇਨਵੈਸਟੀਗੇਸ਼ਨ ਕਹਿੰਦੇ ਹੋਈ ਆ
ਇਨਟੂ ਦੀ ਰਿਜ਼ਲਟ ਆਫ ਸਲੀਪ ਡਿਪਰਾਈਵੇਸ਼ਨ ਦੇ ਵਿੱਚ। ਹੁਣ ਦੇਖੋ ਇਨਵੈਸਟੀਗੇਸ਼ਨ ਦੀ ਗੱਲ ਕਰ ਰਹੇ ਕਿ ਇਹਦੇ ਵਿੱਚ ਹੋ ਰਹੀ ਆ ਸਲੀਪ ਡਿਪਰਾਈਵੇਸ਼ਨ ਦੇ ਵਿੱਚ। ਸਲੀਪ ਡਿਪਰਾਈਵੇਸ਼ਨ ਦਾ ਮਤਲਬ ਹੁੰਦਾ ਹੈ ਜੋ ਨੀਂਦ ਤੋਂ ਵਾਂਝੇ ਆ ਉਹਨਾਂ ਲੋਕਾਂ ਤੇ ਕੀ ਹੋਈ ਆ ਰਿਸਰਚ ਹੋਈ। ਹੁਣ ਆਪਣੇ ਇੱਥੇ ਕਿਤੇ ਵੀ ਗੱਲ ਨਹੀਂ ਹੋਈ ਵੀ ਕਿਹੜੇ ਲੋਕ ਨੀਂਦ ਤੋਂ ਵਾਂਝੇ ਹੀ ਜਿਨ੍ਹਾਂ ਤੇ ਉਹਨਾਂ ਨੇ ਰਿਸਰਚ ਕੀਤੀ। ਹੁਣ ਆਪਣਾ ਇੱਕ 28 ਵਾਲਾ ਰਹਿੰਦਾ ਹੈ, ਉਹਨੂੰ ਆਪਾਂ ਦੇਖ ਲੈਂਦੇ ਆ, ਇਹਨਾਂ ਨੂੰ ਅਰੇਜ਼ ਕਰ ਦਿੰਨੇ ਹੈਗੇ ਆ। ਹੁਣ ਦੇਖੋ ਜੀ ਇਹਨੂੰ 28 ਵਾਲੀ ਨੂੰ ਚੰਗੀ ਤਰ੍ਹਾਂ ਰੀਡ ਕਰੋ। ਡਿਫਰੈਂਟ ਅਮਾਉਂਟ ਆਫ ਸਲੀਪ that people require, different amount of sleep, ਵੱਖ-ਵੱਖ amount of sleep ਜੋ ਲੋਕੀ ਲੈਂਦੇ ਆ। ਕਈ 7 ਘੰਟੇ ਦੀ ਨੀਂਦ ਲੈਂਦੇ ਆ ਜੀ, ਕਈ 8 ਘੰਟੇ ਦੀ ਲੈਂਦੇ ਆ, ਕਈ ਤੇ 4 ਘੰਟਿਆਂ ਦੀ ਲੈਂਦੇ ਆ, ਕਈ 5 ਘੰਟੇ ਤੋਂ ਵੀ ਘੱਟ ਲੈਂਦੇ ਆ ਤੇ ਕਈ 2 ਘੰਟਿਆਂ 'ਚ ਗੁਜ਼ਾਰਾ ਕਰ ਲੈਂਦੇ ਆ। ਉਹੀ ਆਪਾਂ ਪਹਿਲੇ ਪੈਰਾਗ੍ਰਾਫ ਦੇ ਵਿੱਚ ਆਪਣੇ ਪਹਿਲੇ ਏ ਸੈਕਸ਼ਨ ਦੇ ਵਿੱਚ ਜਿਹੜਾ ਰੀਡ ਕੀਤਾ ਹੈ। ਠੀਕ ਹੈ ਜੀ, ਇੱਕ ਵਾਰੀ ਦੇਖ ਲੈਂਦੇ ਆ। ਆ ਦੇਖੋ 7 ਆਰ ਦੀ ਕਈ ਕਿਹਾ, ਕਈ 8 ਦੀ ਲੈਂਦੇ ਆ ਜੀ, ਕਈ 4 ਦੀ ਲੈਂਦੇ ਆ। ਉਸ ਤੋਂ ਬਾਅਦ ਉਹਨੇ ਕਿਹਾ ਹੈਲਥ ਇੰਡੀਵਿਜੂਅਲ 5 ਤੋਂ ਵੀ ਘੱਟ ਲੈਂਦੇ ਆ ਤੇ ਕਈ 2 ਘੰਟੇ ਦੀ ਲੈਂਦੇ। ਇਹ ਹੋ ਗਏ ਡਿਫਰੈਂਟ ਅਮਾਉਂਟ ਆਫ ਸਲੀਪ that people required ਮਤਲਬ ਨੀਡ ਜੋ ਲੋਕਾਂ ਨੂੰ ਜ਼ਰੂਰਤ ਹੁੰਦੀ ਆ। ਕਲੀਅਰ ਹੈ। ਹੁਣ ਆਪਣਾ ਐਕੂਰੇਟ ਆਨਸਰ 28 ਦਾ ਕੀ ਹੈਗਾ, ਇਹ ਹੈਗਾ, ਇਸ ਕਰਕੇ ਆਪਾਂ ਇੱਥੇ ਇਹ ਨੂੰ ਕਲਿੱਕ ਕਰ ਦਾਂਗੇ। ਠੀਕ ਹੈ ਜੀ, ਇਹ ਗੱਲ ਦਾ ਧਿਆਨ ਰੱਖਿਓ। ਇਸ ਤਰੀਕੇ ਨਾਲ ਤੁਸੀਂ ਆਨਸਰ ਕਲਿੱਕ ਕਰਨੇ ਹੈਗੇ ਆਪਣੇ ਏ, ਅਗਰ ਬੀ ਹੈ ਤੇ ਬੀ ਨੂੰ ਕਲਿੱਕ ਕਰ ਦੇਣਾ, ਜੇ ਸੀ ਲੱਗਦਾ ਹੈ ਤੇ ਸੀ ਨੂੰ ਕਲਿੱਕ ਕਰ ਦੇਣਾ ਹੈਗਾ। ਠੀਕ ਹੈ ਜੀ, ਨੈਕਸਟ ਦੇਖੋ। ਹੁਣ ਆਪਾਂ ਬੀ ਪੈਰਾਗ੍ਰਾਫ ਰੀਡ ਕਰਾਂਗੇ, ਧਿਆਨ ਦੇ ਨਾਲ ਦੇਖਿਓ ਬੱਚੇ। ਕਹਿੰਦੇ ਦੀ ਲੇਟੈਸਟ ਬਲੀਫ ਆਰ ਦੀ ਮੇਨ ਪਰਪਸ of sleep are to enable the body to rest and replenish। ਕਹਿੰਦੇ ਜੋ ਮੇਨ ਪਰਪਸ ਹੁੰਦਾ ਨਾ ਸਲੀਪ ਦਾ, ਸੌਣ ਦਾ, ਉਹ ਕੀ ਹੁੰਦਾ ਹੈ ਕਿ ਸਾਡੀ ਬੋਡੀ ਰੈਸਟ ਕਰ ਸਕੇ। ਆਬਵੀਅਸਲੀ ਆਪਾਂ ਆਪਣੀ ਬੋਡੀ ਨੂੰ ਰੈਸਟ ਕਰਵਾਉਣੇ ਹੈਗੇ ਆ ਤੇ ਰਿਪਲੈਨਿਸ਼ ਮਤਲਬ ਇਹਦੇ ਜੋ ਟਿਸ਼ੂ ਵਗੈਰਾ ਹੈਗੇ ਆ ਉਹ ਰੀਜਨਰੇਟ ਹੋ ਸਕੇ, ਅੰਦਰੋਂ ਰਿਪੇਅਰ ਹੋ ਸਕੇ। ਠੀਕ ਹੈ ਜੀ, ਕਹਿੰਦੇ allowing time for repairs to take place for tissues to regenerate, ਜੋ ਆਪਣੀ ਬੋਡੀ ਉਹ ਰਿਪੇਅਰ ਹੋ ਸਕੇ ਤੇ ਜੋ ਆਪਣੇ ਟਿਸ਼ੂ ਆ ਉਹ ਰੀਜਨਰੇਟਡ ਹੋ ਸਕਣ। one supporting piece of evidence, ਇੱਕ ਸਬੂਤ ਦਿੱਤਾ ਜਾਂਦਾ ਹੈ for this rest and repair theory ਦੇ ਬਾਰੇ is that the production of growth hormones ਸੋਮੈਟੋਟ੍ਰੋਫਿਨ, ਇੱਕ ਸੋਮੈਟੋਟ੍ਰੋਫਿਨ ਨਾਮ ਦਾ ਹਾਰਮੋਨ ਆ। ਜਦੋਂ ਆਪਾਂ ਸੌਂਦੇ ਆ ਤੇ ਇਸ ਹਾਰਮੋਨ ਦੀ ਜਿਹੜੀ ਹੈਗੀ ਆ ਆਪਣੀ ਬਾਡੀ ਦੇ ਵਿੱਚ ਜਿਹੜੀ ਆ ਗਰੋਥ ਹੁੰਦੀ ਆ। ਠੀਕ ਹੈ, ਕਹਿੰਦੇ which helps tissue to regenerate, ਤੇ ਇਹੀ ਹਾਰਮੋਨ ਹੈਲਪ ਕਰਦਾ ਹੈ ਟਿਸ਼ੂ ਦੀ ਰੀਜਨਰੇਟ ਹੋਣ ਦੇ ਵਿੱਚ। ਪੀਕਸ while we are asleep, ਜਦੋਂ ਆਪਾਂ ਸੌਂਦੇ ਆ ਤੇ ਇਹ ਹਾਰਮੋਨ ਜਿਹੜਾ ਹੁੰਦਾ ਹੈ ਉਹ ਪੀਕ ਤੇ ਹੁੰਦਾ ਹੈ। ਲੈਕ ਆਫ ਸਲੀਪ, ਕਹਿੰਦੇ ਜਦੋਂ ਆਪਾਂ ਨੀਂਦ ਨਹੀਂ ਲੈਂਦੇ, ਨੀਂਦ ਦੀ ਕਮੀ ਕਾਰਨ ਹਾਊਐਵਰ ਕੀ ਹੁੰਦਾ ਹੈ can compromise the immune system। compromise ਕਰਨਾ ਮਤਲਬ ਹੁੰਦਾ ਹੈ ਕਿ ਆਪਣਾ ਜੋ immune system ਆ ਉਹ ਵੀਕ ਹੋ ਜਾਂਦਾ ਹੈ। ਮਡਲ ਥਿੰਕਿੰਗ, ਆਪਣੀ ਜੋ ਥਿੰਕਿੰਗ ਹੁੰਦੀ ਆ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ। ਕਾਜ਼ ਇਹਨਾਂ ਡਿਪਰੈਸ਼ਨ ਹੁੰਦਾ ਹੈ। ਪ੍ਰਮੋਟ ਇਜ਼ੈਨਿਟੀ ਮਤਲਬ ਚਿੰਤਾ ਹੋਣ ਲੱਗਦੀ ਹੈ। ਐਂਡ ਇਨਕਰੇਜ ਇਰਿਟੇਬਿਲਿਟੀ। ਠੀਕ ਹੈ, ਇਟ ਮੀਨਸ ਕਿ ਜਦੋਂ ਆਪਾਂ ਨੀਂਦ ਨਹੀਂ ਲੈਂਦੇ ਪੂਰੀ, ਆਪਣਾ ਜੋ ਇਮਿਊਨ ਸਿਸਟਮ ਆ ਉਹ ਵੀਕ ਹੋ ਜਾਂਦਾ, ਆਪਣੀ ਥਿੰਕਿੰਗ ਕਮਜ਼ੋਰ ਹੋ ਜਾਂਦੀ, ਚਿੰਤਾ ਹੋਣ ਲੱਗਦੀ ਆ ਤੇ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਗੁੱਸਾ ਕਰਨਾ, ਚਿੜਚਿੜਾਪਨ ਜਿਹਾ ਆਪਣੇ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ ਜੀ, ਹੁਣ ਓਵਰਆਲ ਪੈਰਾਗ੍ਰਾਫ ਦੇ ਵਿੱਚ ਕੀ ਕਹਿ ਰਿਹਾ ਧਿਆਨ ਦੇ ਨਾਲ ਦੇਖੋ। ਕਹਿੰਦੇ ਆ ਕਿ ਜਦੋਂ ਆਪਾਂ ਸੌਂਦੇ ਆ ਨਾ, ਮੇਨ ਪਰਪਸ ਕੀ ਆਪਣੀ ਨੀਂਦ ਦਾ, ਕਿ ਜਦੋਂ ਆਪਾਂ ਸੌਂਦੇ ਆ ਸਾਡੀ ਜੋ ਬੋਡੀ ਹੈਗੀ ਆ ਉਹ ਰੈਸਟ ਕਰਦੀ ਹੈ, ਰਿਪਲੈਨਿਸ਼ ਹੁੰਦੀ ਹੈ। ਸਾਡੀ ਬੋਡੀ ਦੇ ਜਿਹੜੇ ਟਿਸ਼ੂ ਆ ਉਹ ਰੀਜਨਰੇਟ ਹੁੰਦੇ। ਇੱਕ ਹਾਰਮੋਨ ਆ ਸੋਮੈਟੋਟ੍ਰੋਫਿਨ ਨਾਮ ਦਾ, ਜੋ ਕਿ ਸਾਡੇ ਬੋਡੀ ਦੇ ਜੋ ਟਿਸ਼ੂਜ਼ ਆ ਉਹਨੂੰ ਰੀਜਨਰੇਟ ਕਰਦਾ ਹੈਗਾ। ਜੇ ਆਪਾਂ ਨੀਂਦ ਨਹੀਂ ਲੈਂਦੇ ਤੇ ਜੋ ਸਾਡਾ ਇਮਿਊਨ ਸਿਸਟਮ ਹੈਗਾ ਉਹ ਕੀ ਕਰਦਾ ਹੈ ਜੀ, ਵੀਕ ਹੋ ਜਾਂਦਾ ਹੈ। ਜੋ ਸਾਡੀ ਥਿੰਕਿੰਗ ਹੈਗੀ ਹੈ ਜੀ ਉਹ ਕਮਜ਼ੋਰ ਹੋ ਜਾਂਦੀ ਆ ਤੇ ਡਿਪਰੈਸ਼ਨ ਹੁੰਦਾ ਹੈ, ਚਿੰਤਾ ਹੁੰਦੀ ਹੈ ਤੇ ਆਪਾਂ ਨਿੱਕੇ ਨਿੱਕੇ ਗੱਲਾਂ ਤੇ ਗੁੱਸਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ ਜੀ, ਇਹ ਆਪਾਂ ਪੂਰਾ ਇਹਦਾ ਜੋ ਕਨਕਲੂਜਨ ਆ ਉਹ ਆਪਾਂ ਕੱਢ ਲਿਆ। ਹੁਣ ਆਪਾਂ ਦੇਖਾਂਗੇ ਜੀ ਇਹਦਾ ਐਕੂਰੇਟ ਆਨਸਰ ਜਿਹੜਾ ਵਾ ਕੀ ਆਏਗਾ। ਦੇਖੋ ਬੱਚੇ, ਆਪਾਂ ਐਲੀਮੀਨੇਟ ਕਰਾਂਗੇ, ਜਿਹੜਾ ਆਪਣਾ ਆਨਸਰ ਨਹੀਂ ਹੋਊਗਾ ਉਹਨੂੰ ਆਪਾਂ ਕੱਟ ਦਾਂਗੇ। ਠੀਕ ਹੈ ਜੀ, ਐਲੀਮੀਨੇਟ ਕਰ ਦਾਂਗੇ। ਜਿਵੇਂ 28 ਹੋ ਗਿਆ ਤੈਨੂੰ ਆਪਾਂ ਇੱਕ ਵਾਰੀ ਕੱਟ ਦਿੰਨੇ ਆ ਜੀ। ਠੀਕ ਹੈ ਜੀ, ਹੁਣ ਆਪਾਂ ਦੇਖਦੇ ਹਾਂ 29। ਕਹਿੰਦੇ ਇਨਵੈਸਟੀਗੇਸ਼ਨ ਹੋਈ ਸੀ into the result of sleep deprivation। ਇਹਦੀ ਕਿਤੇ ਵੀ ਗੱਲ ਨਹੀਂ, ਕੋਈ ਇਨਵੈਸਟੀਗੇਸ਼ਨ ਹੋਈ ਜੋ ਨੀਂਦ ਤੋਂ ਵਾਂਝੇ ਸੀ, ਨਹੀਂ ਜੀ। ਰੀਜ਼ਨ ਦੱਸਿਆ ਕਿਤੇ ਜੋ ਪੀਪਲ ਸਫਰ ਕਰਦੇ ਸੀ ਸਲੀਪ ਡਿਸਆਰਡਰ ਤੋਂ, ਕਿਤੇ ਕਾਰਨ ਦੀ ਵੀ ਨਹੀਂ ਗੱਲ ਹੋਈ ਕਿ ਲੋਕੀ ਕਿਉਂ ਸਫਰ ਕਰਦੇ, ਕਿਉਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ। ਲਾਈਫ ਸਟਾਈਲ ਚੇਂਜ ਕਰਨ ਦੀ ਵੀ ਨਹੀਂ ਕਿਤੇ ਗੱਲ ਹੋਈ ਜਿਹਦੇ ਕਰਕੇ ਜੋ ਸਲੀਪ ਰਿਲੇਟਡ ਪ੍ਰੋਬਲਮ ਉਹ ਘਟ ਸਕਦੀਆਂ। ਲਾਈਫ ਸਟਾਈਲ ਚੇਂਜ ਦੀ ਵੀ ਨਹੀਂ ਗੱਲ ਹੋਈ। ਪ੍ਰੋਸੈਸ by which sleep help us to remain mentally and physical healthy। ਦੇਖੋ ਧਿਆਨ ਦੇ ਨਾਲ ਜੀ, ਇਹਨੂੰ ਆਪਾਂ ਇੱਕ ਸਾਈਡ ਰੱਖ ਪਹਿਲਾਂ ਕਰ ਲੈਂਦੇ ਆ। ਮੈਨ ਮੇਡ ਜੋ ਪ੍ਰੋਡਕਟ ਸਲੀਪਲੈਸਨੈਸ, ਇਹਦੀ ਵੀ ਕਿਤੇ ਵੀ ਗੱਲ ਨਹੀਂ ਹੋਈ। ਇਹਨੂੰ ਆਪਾਂ ਇੱਕ ਵਾਰੀ ਅਰੇਜ਼ ਕਰ ਦਿੰਨੇ ਹੈਗੇ ਆ। ਲਾਸਟ ਵਾਲਾ ਇੱਕ ਹੈਗਾ ਉਹਨੂੰ ਦੇਖ ਲੈਣੇ ਹੈਗੇ ਆ ਜੀ।
ਕਹਿੰਦੇ ਰੋਲ ਆਫ ਫਿਜ਼ੀਕਲ ਚੇਂਜ ਇਨ ਸਲੀਪਿੰਗ ਹੈਬਿਟ, ਫਿਜ਼ੀਕਲ ਚੇਂਜ ਕਿੰਨਾ ਤੁਹਾਡੇ ਬਾਡੀ ਦੇ ਵਿੱਚ ਚੇਂਜ ਹੋਣਾ। ਚੇਂਜਸ ਦਾ ਮਤਲਬ ਜਦੋਂ ਤੁਹਾਡੀ ਬਾਡੀ ਦੇ ਵਿੱਚ ਚੇਂਜ ਆਉਂਦੇ ਆ ਤੇ ਤੁਹਾਡੀਆਂ ਸਲੀਪਿੰਗ ਹੈਬਿਟਸ ਵੀ ਚੇਂਜ ਹੁੰਦੀਆਂ, ਇਹਦੀ ਕਿਤੇ ਗੱਲ ਨਹੀਂ ਹੋਈ। ਨੈਕਸਟ ਦੇਖੋ ਪ੍ਰੋਸੈਸਿਸ ਜੋ ਕਿ ਡਿਊਰਿੰਗ ਸਲੀਪ ਦੇ ਵਿੱਚ ਇਨਵੋਲਵ ਹੁੰਦੇ, ਇਹਦੀ ਵੀ ਕਿਤੇ ਨਹੀਂ ਗੱਲ ਹੋਈ। ਇਟ ਮੀਨਸ ਇਹਦਾ ਇੱਕ ਹੀ ਆਨਸਰ ਹੈ 33। ਪ੍ਰੋਸੈਸ ਬਾਈ ਵਿਚ ਸਲੀਪ ਮਦਦ ਕਰਦੀ ਹੈ ਸਾਡੀ ਰਿਮੇਨ ਮੈਂਟਲੀ ਤੇ ਫਿਜ਼ੀਕਲ ਹੈਲਥੀ। ਦੇਖੋ ਫਿਜ਼ੀਕਲ ਕਿਉਂਕਿ ਜਦੋਂ ਆਪਾਂ ਸੌਂਦੇ ਆ ਸਾਡੀ ਬਾਡੀ ਦੇ ਵਿੱਚ ਜੋ ਟਿਸ਼ੂ ਆ ਉਹ ਰਿਪੇਅਰ ਹੁੰਦੇ ਆ, ਸਾਡੀ ਬਾਡੀ ਰੈਸਟ ਕਰਦੀ ਆ। ਮੈਂਟਲੀ ਕਿੱਦਾਂ, ਕਿਉਂਕਿ ਜਦੋਂ ਆਪਾਂ ਸੌਂਦੇ ਆ ਨਾ ਆਪਾਂ ਮੈਂਟਲੀ ਥੋੜਾ ਜਿਹੜਾ ਹੈਗਾ ਉਹ ਹੈਲਥੀ ਰਹਿੰਦੇ ਆ, ਕਿਉਂਕਿ ਜੇ ਆਪਾਂ ਨਹੀਂ ਸੌਂਦੇ ਆਪਣੀ ਥਿੰਕਿੰਗ ਕਮਜ਼ੋਰ ਹੁੰਦੀ ਹੈ, ਸਾਨੂੰ ਡਿਪਰੈਸ਼ਨ ਹੁੰਦਾ ਹੈ, ਸਾਨੂੰ ਚਿੰਤਾ ਹੁੰਦੀ ਹੈ, ਸਾਨੂੰ ਨਿੱਕੀ ਨਿੱਕੀ ਗੱਲ ਤੇ ਗੁੱਸਾ ਆਉਂਦਾ ਤੇ ਉਹਦੇ ਨਾਲ ਆਪਾਂ ਮੈਂਟਲੀ ਡਿਸਟਰਬ ਰਹਿੰਦੇ ਆ, ਤੇ ਸੌਣ ਦੇ ਨਾਲ ਇਹ ਸਾਰੀਆਂ ਪ੍ਰੋਬਲਮਸ ਦੂਰ ਹੋ ਜਾਂਦੀਆਂ। ਠੀਕ ਹੈ, ਸੋ ਆਪਾਂ ਮੈਂਟਲੀ ਤੇ ਫਿਜ਼ੀਕਲੀ ਦੋਨੋਂ ਤਰੀਕੇ ਦੇ ਨਾਲ ਹੈਲਥੀ ਰਹਿਣ ਲੱਗ ਪੈਂਦੇ ਆ ਜਦੋਂ ਆਪਾਂ ਪ੍ਰੋਪਰ ਨੀਂਦ ਲੈਂਦੇ ਆ। ਠੀਕ ਹੈ, ਸੋ ਐਕੂਰੇਟ ਆਨਸਰ ਜੋ ਆਪਣਾ ਹੈਗਾ ਹੈ ਉਹ ਕੀ ਆਏਗਾ ਤੁਹਾਡਾ ਇੱਥੇ 32। ਹੁਣ ਦੇਖੋ ਤੁਸੀਂ ਆਨਸਰ ਕਿੱਦਾਂ ਲਾਉਣਾ ਹੈ। ਜਿਵੇਂ ਆਪਾਂ ਬੀ ਪੈਰਾਗ੍ਰਾਫ ਰੀਡ ਕੀਤਾ ਸੀ ਨਾ, ਦੇਖੋ ਬੀ ਪੈਰਾਗ੍ਰਾਫ ਰੀਡ ਕੀਤਾ ਸੀ, ਬੀ ਦਾ ਸੈਕਿੰਡ ਵਾਲੀ ਲਾਈਨ ਆ ਤੇ ਆਨਸਰ ਕਿੰਨਾ ਸੀ ਆਪਣਾ 32, ਔਰ ਇੱਥੇ ਆਪਾਂ 32 ਤੇ ਕਲਿੱਕ ਕਰ। ਠੀਕ ਹੈ, ਕਲੀਅਰ ਹੈ ਜੀ। ਨੈਕਸਟ ਦੇਖੋ ਹੁਣ ਆਪਾਂ ਸੀ ਦੇਖਦੇ ਹਾਂ, ਸੀ ਨੂੰ ਰੀਡ ਕਰਦੇ ਹੈਗੇ ਨੇ। ਦੇਖੋ ਜੀ ਹੁਣ ਆਪਾਂ ਸੀ ਪੈਰਾਗ੍ਰਾਫ ਰੀਡ ਕਰਦੇ, ਕਹਿੰਦੇ ਰਿਸਰਚਰਸ ਇਨ ਦੀ ਸੈਨ ਜੈਂਟੋ ਡਿਪਰਾਈਵਡ ਅ ਗਰੁੱਪ ਆਫ ਮੈਨ of sleep between 3 a.m. and 7 a.m. on just one night। ਕਹਿੰਦੇ ਰਿਸਰਚਰਸ ਨੇ ਕੀ ਕੀਤਾ, ਉਹਨਾਂ ਨੇ ਇੱਕ ਗਰੁੱਪ ਆਫ ਮੈਨ ਨੂੰ ਸਿਰਫ 3 ਵਜੇ ਤੋਂ ਲੈ ਕੇ 7 ਵਜੇ ਤਾਈਂ ਸਿਰਫ ਸੌਣ ਦਿੱਤਾ, ਤੇ ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਕੀ ਫਾਈਂਡ ਆਊਟ ਕੀਤਾ, ਜੋ ਲੈਵਲ ਸੀ ਆਫ देयर ਬੋਡੀ ਨੈਚੁਰਲ ਡਿਫੈਂਸਿਸ ਅਗੇਂਸਟ ਵਾਇਰਲ ਇਨਫੈਕਸ਼ਨ ਹੈਡ ਫਾਲਨ ਸਿਗਨੀਫੀਕੈਂਟਲੀ। ਕਹਿੰਦੇ ਉਹਨਾਂ ਨੇ ਇਹ ਫਾਈਂਡ ਆਊਟ ਕੀਤਾ, ਮਤਲਬ ਲੈਵਲ ਹੁੰਦਾ ਹੈ ਨੈਚੁਰਲ ਡਿਫੈਂਸਿਸ ਦਾ ਅਗੇਂਸਟ ਵਾਇਰਲ ਇਨਫੈਕਸ਼ਨ, ਜੋ ਉਹਨਾਂ ਦੇ ਅੰਦਰ ਇੱਕ ਨੈਚੁਰਲ ਪਾਵਰ ਹੁੰਦਾ ਹੈ ਇਨਫੈਕਸ਼ਨ ਦੇ ਨਾਲ ਲੜਨ ਦੇ ਲਈ, ਜੋ ਅੰਦਰ ਇੱਕ ਤਾਕਤ ਹੁੰਦੀ ਆ ਜੋ ਤੁਹਾਡੀ ਵਾਇਰਲ ਇਨਫੈਕਸ਼ਨ ਦੇ ਨਾਲ ਲੜਦੀ ਹੈਗੀ ਆ, ਉਹਦੇ ਨਾਲ ਫਾਈਟ ਕਰਦੀ ਹੈਗੀ ਆ, ਉਹ ਫਾਲਨ ਮਤਲਬ ਘਟ ਗਈ ਸੀ ਸਿਗਨੀਫੀਕੈਂਟਲੀ, ਬਹੁਤ ਤੇਜ਼ੀ ਨਾਲ ਉਹ ਘਟ ਗਈ। when measured the following morning, ਜਦੋਂ ਅਗਲੇ ਦਿਨ ਉਹਨਾਂ ਨੇ ਉਹਨਾਂ ਦੀ ਜੋ ਨੈਚੁਰਲ ਡੈਫੀਸ਼ੈਂਸੀ ਸੀ ਉਹਨੂੰ ਮੇਜ਼ਰ ਕੀਤਾ, ਮਾਪਿਆ, ਤੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਤੇਜ਼ੀ ਨਾਲ ਘਟ ਗਈ ਆ। ਇਟ ਮੀਨਸ ਜਦੋਂ ਆਪਾਂ ਸੌਂਦੇ ਨਹੀਂ, ਆਪਾਂ ਆਪਣੀ ਨੀਂਦ ਨਹੀਂ ਪੂਰੀ ਲੈਂਦੇ, ਆਪਣੇ ਅੰਦਰ ਜੋ ਇਮਿਊਨਿਟੀ ਪਾਵਰ ਹੁੰਦੀ ਹੈ, ਜੋ ਬਿਮਾਰੀਆਂ ਦੇ ਨਾਲ ਲੜਦੀ ਹੈਗੀ, ਡਿਜ਼ੀਜ਼ਸ ਨਾਲ ਫਾਈਟ ਕਰਦੀ ਆ, ਉਹ ਬਹੁਤ ਤੇਜ਼ੀ ਦੇ ਨਾਲ ਘਟ ਜਾਂਦੀ ਆ। ਕਹਿੰਦੇ ਸਲੀਪ ਇਜ਼ ਅਸੈਂਸ਼ੀਅਲ ਫॉर ਆਵਰ ਫਿਜ਼ੀਕਲ ਐਂਡ ਇਮੋਸ਼ਨਲ ਵੈਲਬੀਇੰਗ। ਕਹਿੰਦੇ ਸਲੀਪ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀ ਫਿਜ਼ੀਕਲ ਤੇ ਇਮੋਸ਼ਨਲ ਵੈਲਬੀਇੰਗ ਦੇ ਲਈ। देयर आर few aspects of daily livings that are not disrupted by the lack of it। ਕਹਿੰਦੇ ਆਪਣੇ ਦਿਨ ਦੇ ਜੋ ਕੁਝ ਟਾਸਕ ਹੈਗੇ ਆ ਉਹ ਇਹਦੇ ਤੋਂ ਜਿਹੜੇ ਹੈਗੇ ਜਦੋਂ ਆਪਾਂ ਨੀਂਦ ਨਹੀਂ ਲੈਂਦੇ ਇਹਦੇ ਨਾਲ ਕੀ ਆ ਡਿਸਟਰਬ ਹੁੰਦੇ ਰਹਿੰਦੇ ਆ। ਇਹ ਕਿੰਨੇ ਕਿਹਾ ਹੈ, ਪ੍ਰੋਫੈਸਰ ਵਿਲੀਅਮ ਰੈਗਲਸਨ ਆਫ ਦੀ ਵਰਜੀਨੀਆ ਯੂਨੀਵਰਸਿਟੀ ਨੇ ਕਿਹਾ ਹੋਇਆ ਹੈ, ਸਪੈਸ਼ਲਿਸਟ ਇਨ ਇਨਸੋਮੀਆ, ਜੋ ਕਿ ਇਨਸੋਮੀਆ ਦੇ ਵਿੱਚ ਜਿਹੜਾ ਹੈਗਾ ਸੀ ਸਪੈਸ਼ਲਿਸਟ ਹੈਗਾ ਸੀ, ਬਿਕੋਜ਼ ਇਟ ਕੈਨ ਸੀਰੀਅਸਲੀ ਅੰਡਰਮਾਈਨ ਦੀ ਫੰਕਸ਼ਨਿੰਗ ਆਫ ਦੀ ਇਮਿਊਨ ਸਿਸਟਮ, ਸਫਰਸ ਆਰ ਵਲਨਰੇਬਲਸ ਟੂ ਇਨਫੈਕਸ਼ਨ। ਕਿਉਂਕਿ ਜਦੋਂ ਆਪਾਂ ਨੀਂਦ ਨਹੀਂ ਲੈਂਦੇ ਇਹਦੇ ਨਾਲ ਕੀ ਹੁੰਦਾ ਹੈ ਕਿ ਜੋ ਸਾਡਾ ਇਮਿਊਨ ਸਿਸਟਮ ਆ ਉਹ ਅਫੈਕਟਡ ਹੁੰਦਾ ਹੈ। ਸੋ ਓਵਰਆਲ ਪੈਰਾਗ੍ਰਾਫ ਦੇ ਵਿੱਚ ਕੀ ਕਿਹਾ ਹੈ ਧਿਆਨ ਦੇ ਨਾਲ ਦੇਖਿਓ। ਪੂਰੇ ਪੈਰਾਗ੍ਰਾਫ ਦੇ ਵਿੱਚ ਗੱਲ ਕੀਤੀ ਹੈ ਕਿ ਰਿਸਰਚਰਸ ਨੇ ਕੀ ਕੀਤਾ, ਗਰੁੱਪ ਆਫ ਮੈਨ ਤੇ ਉਹਨਾਂ ਨੇ ਰਿਸਰਚ ਕੀਤੀ ਸੀ, ਉਹਨਾਂ ਨੇ ਉਹਨਾਂ ਨੂੰ ਸਿਰਫ 3 ਵਜੇ ਤੋਂ ਲੈ ਕੇ 7 ਵਜੇ ਤੱਕ ਸੌਣ ਲਈ ਕਿਹਾ। ਜਦੋਂ ਉਹਨਾਂ ਨੇ ਅਗਲੇ ਦਿਨ ਉਹਨਾਂ ਦੀ ਬਾਡੀ ਦੇ ਵਿੱਚ ਇੱਕ ਜੋ ਨੈਚੁਰਲ ਪਾਵਰ ਹੁੰਦੀ ਆ ਡਿਜ਼ੀਜ਼ਸ ਨਾਲ ਫਾਈਟ ਕਰਨ ਦੇ ਲਈ, ਉਹ ਜਦੋਂ ਉਹਨਾਂ ਨੇ ਮੇਜ਼ਰ ਕੀਤੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਦੇ ਵਿੱਚ ਜੋ ਇੱਕ ਨੈਚੁਰਲ ਡੈਥ ਲੈਵਲ ਹੁੰਦਾ ਹੈ ਉਹ ਬਹੁਤ ਤੇਜ਼ੀ ਦੇ ਨਾਲ ਘਟ ਗਿਆ ਸੀ। ਠੀਕ ਹੈ ਜੀ, ਤੇ ਫਿਰ ਉਹਨਾਂ ਨੇ ਕਿਹਾ ਹੈ ਕਿ ਜੋ ਸਲੀਪ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਸਾਡੀ ਫਿਜ਼ੀਕਲ ਐਂਡ ਇਮੋਸ਼ਨਲ ਵੈਲਬੀਇੰਗਸ ਦੇ ਲਈ, ਤੇ ਸਾਡੀ ਡੇਲੀ ਜੋ ਐਕਟੀਵਿਟੀਜ਼ ਹੁੰਦੀਆਂ ਜਦੋਂ ਆਪਾਂ ਸਲੀਪ ਨਹੀਂ ਲੈਂਦੇ ਉਹਨਾਂ ਤੋਂ ਆਪਣੀ ਬਾਡੀ ਅਫੈਕਟਡ ਹੁੰਦੀ ਆ, ਪ੍ਰਭਾਵਿਤ ਹੁੰਦੀ ਆ। ਇਸ ਕਰਕੇ ਜੋ ਸਲੀਪ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹ ਜੇ ਆਪਾਂ ਨਹੀਂ ਲੈਂਦੇ ਤੇ ਸਾਡੀ ਜੋ ਇਮਿਊਨਿਟੀ ਪਾਵਰ ਆ ਉਹ ਵੀ ਅਫੈਕਟਡ ਹੁੰਦੀ ਆ। ਠੀਕ ਹੈ ਜੀ, ਹੁਣ ਦੇਖੋ ਆਪਾਂ ਪੈਰਾਗ੍ਰਾਫ ਰੀਡ ਕਰਦੇ ਹਾਂ, ਐਲੀਮੀਨੇਟ ਕਰਦੇ ਵੀ ਆਪਣਾ ਆਨਸਰ ਕਿਹੜਾ ਹੋਏਗਾ। ਜਿਹੜਾ ਆਪਾਂ ਆਪਣੇ ਆਨਸਰ ਫਾਈਂਡ ਆਊਟ ਕੀਤੇ ਉਹਨਾਂ ਨੂੰ ਆਪਾਂ ਕੱਟ ਕਰ ਦਾਂਗੇ ਤਾਂ ਜੋ ਕਿਸੇ ਵੀ ਤਰੀਕੇ ਦੀ ਕਨਫਿਊਜ਼ਨ ਨਾ ਹੋਵੇ। ਪਹਿਲਾ ਵੀ ਹੋ ਗਿਆ ਹੈ ਤੇ 32 ਵੀ ਹੋ ਗਿਆ ਹੈ, ਬਾਕੀ ਨੂੰ ਆਪਾਂ ਰੀਡ ਕਰਦੇ ਹਾਂ, ਧਿਆਨ ਦੇ ਨਾਲ ਦੇਖਿਓ। 35 ਤੋਂ ਰੀਡ ਕਰਦੇ ਹਾਂ। The processes involved during sleep, ਕੋਈ ਪ੍ਰੋਸੈਸ ਨਹੀਂ ਦੱਸੇ ਜੋ ਸਲੀਪ ਦੇ ਦੌਰਾਨ ਆਉਂਦੇ ਆ। ਠੀਕ ਹੈ ਜੀ, ਨੈਕਸਟ ਫਿਜ਼ੀਕਲ ਚੇਂਜਸ ਦੀ ਵੀ ਨਹੀਂ ਕਿਤੇ ਗੱਲ ਹੋਈ ਕਿ ਜਦੋਂ ਸਾਡੀ ਬਾਡੀ 'ਚ ਫਿਜ਼ੀਕਲ ਚੇਂਜਸ ਆਉਂਦੇ ਤੇ ਉਹਦੇ ਨਾਲ ਸਲੀਪ ਹੈਬਿਟਸ ਵੀ ਚੇਂਜ ਹੁੰਦੀਆਂ, ਇਹਦੀ ਕਿਤੇ ਗੱਲ ਨਹੀਂ ਹੋਈ। ਕਮਰਸ਼ੀਅਲ ਮੈਨਮੇਡ ਪ੍ਰੋਡਕਟ ਦੀ ਵੀ ਨਹੀਂ ਗੱਲ ਹੋਈ, ਲਾਈਫਸਟਾਈਲ ਚੇਂਜ ਕਰਨ ਲਈ ਵੀ ਨਹੀਂ ਉਹਨਾਂ ਨੇ ਕਿਹਾ ਹੋਇਆ, ਰੀਜ਼ਨ ਨਹੀਂ ਦੱਸੇ ਕਿ ਕਿਉਂ ਸਲੀਪ ਡਿਸਆਰਡਰ ਤੋਂ ਲੋਕ ਸਫਰ ਕਰਦੇ ਆ। ਇਹ ਦੇਖੋ ਇਨਵੈਸਟੀਗੇਸ਼ਨ ਹੋਈ ਆ,
into the result of sleep deprivation ਕਿ ਲੋਕੀ ਜਦੋਂ ਨੀਂਦ ਤੋਂ ਵਾਂਝੇ ਹੁੰਦੇ ਆ ਉਹਦੇ ਰਿਜ਼ਲਟ ਕੀ ਨਿਕਲਦੇ ਆ ਇਸ ਚੀਜ਼ ਤੇ ਇਨਵੈਸਟੀਗੇਸ਼ਨ ਹੋਈ ਆ ਕਿਉਂਕਿ ਉਹਨਾਂ ਨੇ ਗਰੁੱਪ ਆਫ ਮੈਨ ਨੂੰ ਸਿਰਫ ਇੰਨੇ ਟਾਈਮ ਸੌਣ ਦਿੱਤਾ ਤੇ ਇਹ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ ਠੀਕ ਹੈ ਜੀ ਹੁਣ ਆਪਾਂ ਨੈਕਸਟ ਰੀਡ ਕਰਦੇ ਹਾਂ ਹੁਣ ਇਹ ਆਪਣਾ ਆਨਸਰ ਹੈਗਾ ਸੀ ਪੈਰਾਗ੍ਰਾਫ ਦਾ ਔਰ ਸੀ ਪੈਰਾਗ੍ਰਾਫ ਦਾ ਇਹ ਹੈਗਾ ਸੀ 39 ਤੇ ਆਪਾਂ ਨੂੰ ਕਲਿੱਕ ਕਰਨਾ ਠੀਕ ਹੈ ਜੀ ਨੈਕਸਟ ਆਪਾਂ ਡੀ ਪੈਰਾਗ੍ਰਾਫ ਰੀਡ ਕਰਦੇ ਹਾਂ ਜੀ ਕਹਿੰਦੇ ਫॉर ਮੈਨੀ ਪੀਪਲ ਲੈਕ ਆਫ ਸਲੀਪ ਇਜ਼ ਰੀਅਲੀ ਅ ਮੈਟਰ ਆਫ ਚੋਇਸ ਕਹਿੰਦੇ ਬਹੁਤ ਸਾਰੇ ਲੋਕਾਂ ਲਈ ਨੀਂਦ ਲੈਣਾ ਉਹਨਾਂ ਦੀ ਆਪ ਦੀ ਚੋਇਸ ਆ some people have problem getting to sleep ਕਈ ਲੋਕਾਂ ਨੂੰ ਤੇ ਨੀਂਦ ਆਉਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ others with staying asleep until the morning ਕਹਿੰਦੇ ਕਈ ਤੇ ਦਿਨ ਤੱਕ ਸੁੱਤੇ ਹੀ ਰਹਿੰਦੇ ਆ despite popular belief that sleep is a long event ਕਹਿੰਦੇ ਜੋ sleep ਹੈ ਇੱਕ ਬਹੁਤ ਹੀ long event ਹੁੰਦਾ ਹੈ ਕਿਉਂਕਿ ਆਪਾਂ 7-8 ਘੰਟੇ ਲਗਾਤਾਰ ਸੌਂਦੇ ਆ ਤੇ ਇੱਕ ਆਪਣੀ ਲਾਈਫ ਦਾ long event ਹੁੰਦਾ ਹੈ ਰਿਸਰਚ ਨੇ ਸ਼ੋ ਕੀਤਾ ਹੈ ਕਿ in an average night ਦੇ ਵਿੱਚ there are 5 stages of sleeps and 4 cycle ਕਹਿੰਦੇ ਇੱਕ ਰਾਤ ਦੇ ਵਿੱਚ ਆਪਣੀ ਸਲੀਪ ਦੇ ਵਿੱਚ 4 ਸਟੇजेस ਹੁੰਦੀਆਂ ਹੈ ਤੇ ਕਿੰਨੇ ਸਾਈਕਲ ਹੁੰਦੇ ਆ ਜੀ 4 ਸਾਈਕਲਸ ਹੁੰਦੇ ਆ ਡਿਊਰਿੰਗ ਵਿਚ ਦੀ ਸੀਕੁਐਂਸ ਆਫ ਦੀ ਸਟੇਜ ਇਜ਼ ਰਿਪੀਟਡ ਤੇ ਉਹ ਸੀਕੁਐਂਸ ਜਿਹੜਾ ਉਹ ਰਿਪੀਟ ਹੁੰਦਾ ਰਹਿੰਦਾ ਹੈ ਇਨ ਦੀ ਫਰਸਟ ਲਾਈਟਸ ਫੇਜ਼ ਦੇ ਵਿੱਚ ਕੀ ਹੁੰਦਾ ਹੈ ਜੋ ਹਾਰਟ ਰੇਟ ਹੈ ਬਲੱਡ ਪ੍ਰੈਸ਼ਰ ਗੋ ਡਾਊਨ ਐਂਡ ਦੀ ਮਸਲ ਰਿਲੈਕਸ ਪਹਿਲੀ ਸਟੇਜ ਦੇ ਵਿੱਚ ਜੋ ਆਪਣਾ ਹਾਰਟ ਰੇਟ ਆ ਬਲੱਡ ਪ੍ਰੈਸ਼ਰ ਆ ਉਹ ਡਾਊਨ ਹੋ ਜਾਂਦਾ ਹੈ ਤੇ ਆਪਣੀ ਬਾਡੀ ਜਿਹੜੀ ਹੈਗੀ ਉਹ ਰਿਲੈਕਸ ਹੁੰਦੀ ਆ ਸੈਕਿੰਡ ਸਟੇਜ ਦੇ ਵਿੱਚ ਕੀ ਹੁੰਦਾ ਹੈ ਜੀ sleep get progressively deeper ਬਹੁਤ ਜ਼ਿਆਦਾ ਹੌਲੀ ਹੌਲੀ ਕਰਕੇ ਜੋ sleep ਆ ਉਹ ਆਪਣੀ ਡੀਪ ਹੁੰਦੀ ਜਾਂਦੀ ਆ ਮਤਲਬ ਨੀਂਦ ਪੂਰੀ ਹੋਈ ਜਾਂਦੀ ਆ in the fourth stage ਦੇ ਵਿੱਚ ਕੀ ਹੁੰਦਾ ਹੈ usually reach after an hour ਦੀ slumber ਹੁੰਦਾ sleeper ਜੋ ਬੰਦਾ ਸੌ ਰਿਹਾ ਹੁੰਦਾ ਹੈ is so deeper ਉਹ ਬਹੁਤ ਡੂੰਗੀ ਨੀਂਦ ਦੇ ਵਿੱਚ ਚਲ ਜਾਂਦਾ ਹੈ if awoken ਜੇ ਉਹਨੂੰ ਜਗਾਇਆ ਜਾਵੇ the sleeper would be confused and disoriented ਤੇ ਉਹ confuse ਹੋ ਜਾਂਦਾ ਹੈ disoriented ਹੋ ਜਾਂਦਾ ਹੈ ਇਹ ਚੀਜ਼ਾਂ ਹੁਣ ਆਪਣੇ ਨਾਲ ਘੱਟ ਹੁੰਦੀਆਂ ਜਿਹੜੇ ਬੱਚੇ ਨੂੰ ਜਿਵੇਂ ਜ਼ਿਆਦਾ ਨਾ ਬੱਚਿਆਂ ਦੇ ਨਾਲ ਹੁੰਦੀ ਹੈ ਜਿਵੇਂ ਜਦੋਂ ਆਪਾਂ ਨਾ ਸਕੂਲ ਤੋਂ ਆਣ ਕੇ ਜਦੋਂ ਆਫਟਰਨੂਨ ਦੇ ਵਿੱਚ ਜਦੋਂ ਆਪਾਂ ਸੌਂਦੇ ਹੁੰਦੇ ਸੀ ਦੁਪਹਿਰੇ ਤੇ ਜਦੋਂ ਸ਼ਾਮ ਨੂੰ ਮੰਮੀ ਉਠਾਉਂਦੇ ਹੁੰਦੇ ਤੇ ਕਈ ਆਪਾਂ ਨੂੰ ਹੱਸ ਕੇ ਕਹਿੰਦੇ ਹੁੰਦੇ ਸੀ ਕਿ ਚਲੋ ਉੱਠੋ ਤੁਸੀਂ ਸਕੂਲ ਨਹੀਂ ਜਾਣਾ ਲੇਟ ਹੁੰਦੇ ਹੋ ਤੇ ਆਪਾਂ ਨੂੰ ਸੱਚੀ ਤਾਂ ਲੱਗਦਾ ਕਿ ਹਾਂ ਸ਼ਾਇਦ ਸਵੇਰ ਹੋ ਗਈ ਆਪਾਂ ਸਕੂਲ ਜਾਣਾ ਹੈ ਪਰ ਜਦੋਂ ਆਪਾਂ ਬਾਹਰ ਨਿਕਲ ਕੇ ਦੇਖਦੇ ਸੀ ਕਿ ਹਜੇ ਤੇ ਸ਼ਾਮ ਹੋਈ ਆ ਤੇ ਬੜੀ ਖੁਸ਼ੀ ਜਿਹੀ ਹੁੰਦੀ ਕਿ ਹਾਏ ਨਹੀਂ ਹਜੇ ਰਾਤ ਪੈਣੀ ਆ ਆਪਾਂ ਕੱਲ ਸਕੂਲ ਜਾਣਾ ਹੈ ਹਨਾ ਸੋ ਇਸੇ ਤਰੀਕੇ ਨਾਲ ਕਹਿੰਦੇ ਆ ਕਿ ਜਦੋਂ 4th ਸਟੇਜ ਹੁੰਦੀ ਆ ਨਾ ਹੁਣ ਤੇ ਜਦੋਂ ਮੈਨੂੰ ਲੱਗਦਾ ਆਪਾਂ ਮੈਚੁਰ ਹੋ ਜਾਂਦੇ ਇੰਨੀ ਡੀਪਰ ਨੀਂਦ ਆਪਾਂ ਨੂੰ ਨਹੀਂ ਹੁੰਦੀ ਆਪਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਪਹਿਲਾਂ ਹੀ ਆਪਾਂ ਬਹੁਤ ਕੁਝ ਸੋਚ ਕੇ ਬੈਠੇ ਨੇ ਕਿ ਦਿਨੇ ਆਪਾਂ ਆਹ ਕੰਮ ਕਰਨਾ ਇਹ ਕਰਨਾ ਹੈ ਹਨਾ ਸੋ ਕਹਿੰਦੇ ਕਿ 4th ਸਟੇਜ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਸਲੀਪਰ ਹੁੰਦਾ ਬਹੁਤ ਡੂੰਗੀ ਨੀਂਦ ਦੇ ਵਿੱਚ ਚਲ ਜਾਂਦਾ ਤੇ ਜੇ ਤੁਸੀਂ ਉਹਨੂੰ ਉਠਾ ਦੋ ਤੇ ਉਹਨੂੰ ਇਦਾਂ ਲੱਗਦਾ ਹੈ ਵੀ ਉਹ ਮਤਲਬ ਉਹ ਕਨਫਿਊਜ਼ਡ ਹੋ ਜਾਂਦਾ ਡਿਸਓਰੀਐਂਟਡ ਹੋ ਜਾਂਦਾ ਮਤਲਬ ਥੋੜੇ ਸਮੇਂ ਲਈ ਉਹਨੂੰ ਨਹੀਂ ਪਤਾ ਲੱਗਦਾ ਵੀ ਉਹ ਕਿੱਥੇ ਆ ਕਿੱਥੇ ਨਹੀਂ ਆ ਕਈ ਵਾਰੀ ਤਾਂ ਆਪਾਂ ਨੂੰ ਭੁਲੇਖਾ ਵੀ ਪੈ ਜਾਂਦਾ ਸੀ ਕਿ ਆਪਾਂ ਕਿਤੇ ਆਏ ਤੇ ਨਹੀਂ ਹੈਗੇ ਹਨਾ ਆਪਾਂ ਆਪਣੇ ਘਰ ਹੀ ਆ ਜਾਂ ਕਈ ਵਾਰੀ ਆਪਾਂ ਨਾਨਕੇ ਗਏ ਹੁੰਦੇ ਸੀ ਤੇ ਜਦੋਂ ਉੱਥੇ ਨੀਂਦ ਚ ਉੱਠਣਾ ਤੇ ਆਪਾਂ ਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਸ਼ਾਇਦ ਆਪਾਂ ਇੱਥੇ ਕਦੋਂ ਆਏ ਆ ਹਨਾ ਥੋੜੇ ਕੁ ਟਾਈਮ ਦੇ ਲਈ ਜਦੋਂ ਆਪਾਂ ਨੀਂਦ ਦੇ ਵਿੱਚ ਉੱਠਦੇ ਹੁੰਦੇ ਸੀ ਠੀਕ ਹੈ ਕਿਉਂਕਿ ਆਪਾਂ ਕਨਫਿਊਜ਼ਡ ਹੋ ਜਾਂਦੇ ਸੀ ਡੂੰਗੀ ਨੀਂਦ ਦੇ ਵਿੱਚ ਹੁੰਦੇ ਸੀ ਸੋ ਨੈਕਸਟ ਕਹਿੰਦੇ ਆ ਇਟ ਇਜ਼ ਇਨ ਦਿਸ ਫੇਜ਼ ਕਹਿੰਦੇ ਇਸੇ ਹੀ ਫੇਜ਼ ਦੇ ਵਿੱਚ ਕੀ ਹੁੰਦਾ ਹੈ ਦੀ ਸਲੀਪ ਵਾਕਿੰਗ ਕੈਨ ਅਕਰ ਇਸੇ ਹੀ ਫੇਜ਼ ਦੇ ਵਿੱਚ ਕੀ ਆ ਕੁਝ ਲੋਕ ਜਿਹੜੇ ਆ ਸਲੀਪ ਵਾਕਿੰਗ ਕਰਨਾ ਸਟਾਰਟ ਕਰ ਦਿੰਦੇ ਆ ਵਿਦ ਐਨ ਐਵਰੇਜ ਐਪੀਸੋਡ ਲਾਸਟਿੰਗ no more than 50 ਮਿੰਟਸ ਤੇ ਜੋ ਇਹ ਐਪੀਸੋਡ ਹੁੰਦਾ ਹੈ ਉਹ 15 ਮਿੰਟਸ ਤੋਂ ਜ਼ਿਆਦਾ ਦਾ ਨਹੀਂ ਹੁੰਦਾ 5th ਸਟੇਜ ਤੇ ਕੀ ਹੁੰਦਾ ਹੈ ਦੇਖੋ ਦੀ ਰੈਪਿਡ ਆਈਸ ਮੂਵਮੈਂਟ ਹੁੰਦੀ ਆ REM ਸਟੇਜ ਨੂੰ ਕਿਹਾ ਜਾਂਦਾ ਹੈ ਜੋ ਹਾਰਟ ਬੀਟ ਹੈ ਕੁਇਕਲੀ ਗੈਟ ਬੈਕ ਟੂ ਨਾਰਮਲ ਲੈਵਲ ਤੇ ਆ ਜਾਂਦੀ ਹੈ ਬ੍ਰੇਨ ਐਕਟੀਵਿਟੀ ਐਕਸੈਲਰੇਟਸ ਟੂ ਡੇ ਟਾਈਮ ਹਾਈਟਸ ਐਂਡ ਅਬਵ and the eyes move constantly beneath closed lids ਕਹਿੰਦੇ ਕਲੋਜ਼ ਲਿਡ ਮਤਲਬ ਆਪਾਂ ਆਪਣੀਆਂ ਅੱਖਾਂ ਬੰਦ ਕੀਤੀਆਂ ਹੁੰਦੀਆਂ ਹੈ ਤੇ ਆਪਣੀ ਜੋ ਆਈਜ਼ ਦੀ ਮੂਵਮੈਂਟ ਉਹ ਬਹੁਤ ਤੇਜ਼ੀ ਨਾਲ ਹੋ ਰਹੀ ਹੁੰਦੀ ਆ ਇਫ ਦੀ ਸਲੀਪਰ ਇਜ਼ ਲੁਕਿੰਗ ਐਟ ਸਮਥਿੰਗ ਤੇ ਇਦਾਂ ਲੱਗ ਰਿਹਾ ਹੁੰਦਾ ਹੈ ਕਿ ਜੋ ਸੌਣ ਵਾਲਾ ਬੰਦਾ ਹੈ ਕਿਸੇ ਚੀਜ਼ ਵੱਲ ਲਗਾਤਾਰ ਦੇਖ ਰਿਹਾ ਹੈ ਡਿਊਰਿੰਗ ਦਿਸ ਸਟੇਜ ਇਸ ਸਟੇਜ ਦੇ ਵਿੱਚ ਕੀ ਹੁੰਦਾ ਹੈ ਦੀ ਬਾਡੀ ਇਜ਼ ਆਲਮੋਸਟ ਪੈਰਾਲਾਈਜ਼ਡ ਆਪਣੀ ਜੋ ਬਾਡੀ ਉਹ ਪੂਰੀ ਪੈਰਾਲਾਈਜ਼ਡ ਸੁੰਨ ਹੋ ਜਾਂਦੀ ਆ ਤੁਸੀਂ ਦੇਖਿਆ ਹੋਗਾ ਕਾਫੀ ਸਾਰੇ ਲੋਕ ਕਹਿੰਦੇ ਕਿ ਜਦੋਂ ਅਸੀਂ ਨੀਂਦ ਚ ਪੂਰੇ ਅਸੀਂ ਹਿੱਲਣ ਦੀ ਕੋਸ਼ਿਸ਼ ਕੀਤੀ ਬਟ ਅਸੀਂ ਹਿੱਲ ਨਹੀਂ ਸਕੇ ਤੇ ਉਹਦਾ ਕੀ ਹੁੰਦਾ ਕਿ ਉਹਨਾਂ ਦੀ ਬਾਡੀ ਜਿਹੜੀ ਪੂਰੀ ਤਰੀਕੇ ਦੇ ਨਾਲ ਪੈਰਾਲਾਈਜ਼ਡ ਹੋ ਜਾਂਦੀ ਇਸੇ ਹੀ ਸਟੇਜ ਦੇ ਵਿੱਚ ਜਾ ਕੇ REM ਸਟੇਜ ਦੇ ਵਿੱਚ ਜਾ ਕੇ ਤੇ ਕਹਿੰਦੇ ਦਿਸ REM ਜੋ ਫੇਜ਼ ਹੁੰਦਾ ਹੈ ਇਜ਼ ਆਲਸੋ ਦੀ ਟਾਈਮ ਹੁੰਦਾ ਹੈ ਵੈਨ ਵੀ ਡ੍ਰੀਮ ਤੇ ਇਸੇ ਹੀ ਸਟੇਜ ਦੇ ਵਿੱਚ ਜਾ ਕੇ ਸਾਨੂੰ ਜਿਹੜੇ ਸੁਪਨੇ ਆ ਰਾਤ ਨੂੰ ਆਉਂਦੇ ਠੀਕ ਹੈ ਜੀ ਹੁਣ ਦੇਖੋ ਪੂਰੇ ਪੈਰਾਗ੍ਰਾਫ ਦਾ ਨਿਚੋੜ ਕੀ ਸੀ ਧਿਆਨ ਨਾਲ ਦੇਖਿਓ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਸਲੀਪ ਆਉਣਾ ਨਾ ਆਉਣਾ ਤੁਹਾਡੀ ਖੁਦ ਦੀ ਚੁਆਇਸ ਆ ਕਈਆਂ ਨੂੰ ਤੇ ਆਉਂਦੀ ਨਹੀਂ ਹੈ ਤੇ ਕਈ ਦਿਨ ਤੱਕ ਹੀ ਸੁੱਤੇ ਰਹਿੰਦੇ ਆ
ਫਿਰ ਉਹਨੇ ਕਿਹਾ ਕਿ ਇੱਕ ਰਾਤ ਨੂੰ ਆਪਣੀ ਜੋ ਨੀਂਦ ਦੇ ਵਿੱਚ ਕੀ ਆ 5 ਸਟੇजेस ਹੁੰਦੀਆਂ ਤੇ 4 ਸਾਈਕਲ ਹੁੰਦੇ ਆ, ਠੀਕ ਆ। ਫਿਰ ਉਹਨੇ ਪਹਿਲੀ ਸਟੇਜ ਨੂੰ ਐਕਸਪਲੇਨ ਕੀਤਾ, ਸੈਕਿੰਡ ਨੂੰ ਕੀਤਾ, ਥਰਡ ਨੂੰ ਕੀਤਾ, ਫੋਰਥ ਨੂੰ ਕੀਤਾ ਤੇ ਫਿਫਥ ਨੂੰ ਕੀਤਾ। ਸਟੈਪ ਬਾਏ ਸਟੈਪ ਉਹਨਾਂ ਨੇ ਸਾਰੀਆਂ ਐਕਸਪਲੇਨ ਕੀਤੀਆਂ ਸਟੇजेस ਜੋ ਕਿ ਆਪਾਂ ਨੂੰ ਰਾਤ ਦੇ ਟਾਈਮ ਹੁੰਦੇ ਨੇ, ਠੀਕ ਹੈ ਜੀ। ਹੁਣ ਦੇਖੋ ਆਪਾਂ ਐਲੀਮੀਨੇਟ ਕਰਕੇ ਦੇਖਦੇ ਹਾਂ ਵੀ ਆਨਸਰ ਕੀ ਆਏਗਾ। ਜੋ ਆਪਣੇ ਆਨਸਰ ਹੋ ਗਏ ਨੂੰ ਆਪਾਂ ਕੱਟ ਦਾਂਗੇ, ਜਿਵੇਂ 28 ਹੋ ਗਿਆ ਨਾ ਤੇ ਇੱਕ 29 ਹੋ ਗਿਆ ਤੇ ਇਹ ਤੇ ਹੁਣ ਰਿਪੀਟ ਨਹੀਂ ਹੋਣਗੇ ਹਨਾ। 32 ਵੀ ਹੋ ਗਿਆ, ਇਹਨੂੰ ਆਪਾਂ ਕੱਟ ਦਿੰਦੇ ਹੈਗੇ ਆ। ਸੋ ਰੀਡ ਕਰਦੇ ਆ, ਰੀਜ਼ਨਸ ਕਿਉਂ ਲੋਕੀ ਸਫਰ ਕਰਦੇ ਆ ਸਲੀਪ ਡਿਸਆਰਡਰ ਤੋਂ। ਸੋ ਰੀਜ਼ਨ ਦੀ ਗੱਲ ਨਹੀਂ ਕਿਤੇ ਹੋਈ, ਕੱਟ ਕਰ ਦਿੰਦੇ, ਕਾਰਨ ਨਹੀਂ ਦੱਸੇ ਕਿ ਕਿਉਂ ਸਾਨੂੰ ਸਲੀਪ ਡਿਸਆਰਡਰ ਬਿਮਾਰੀਆਂ ਲੱਗਦੀਆਂ ਸਲੀਪ ਨਾਲ ਰਿਲੇਟਡ। ਲਾਈਫ ਸਟਾਈਲ ਚੇਂਜ ਕਰਨ ਦੀ ਕਿਤੇ ਗੱਲ ਨਹੀਂ ਹੋਈ, ਜਿੰਨਾ ਓਵਰਕਮ ਮਤਲਬ ਘਟ ਸਕਦੀਆਂ ਸਲੀਪ ਰਿਲੇਟਡ ਪ੍ਰੋਬਲਮ। ਸੋ ਕਮਰਸ਼ੀਅਲ ਮੈਨ ਮੇਡ ਪ੍ਰੋਡਕਟ ਦੀ ਵੀ ਕਿਤੇ ਗੱਲ ਨਹੀਂ ਹੋਈ ਸਲੀਪਲੈਸਨੈਸ ਦੇ ਲਈ। ਨੈਕਸਟ ਆਪਾਂ ਦੇਖਦੇ ਹੈਗੇ, ਇਹਨਾਂ ਨੂੰ ਆਪਾਂ ਰੇਜ਼ ਕਰ ਦਿੰਦੇ ਹਾਂ। ਰੋਲ ਆਫ ਫਿਜ਼ੀਕਲ ਚੇਂਜ ਦਾ ਵੀ ਕਿਹਾ ਸਲੀਪ ਹੈਬਿਟਸ ਦੇ ਵਿੱਚ। ਦੇਖੋ ਪ੍ਰੋਸੈਸਿਸ ਜੋ ਇਨਵੋਲਵ ਹੁੰਦੇ ਆ ਡਿਊਰਿੰਗ ਸਲੀਪ, ਜਦੋਂ ਆਪਾਂ ਸੌਂਦੇ ਆ ਤੇ ਇਹ ਸਾਰੇ ਪ੍ਰੋਸੈਸ, ਦੇਖੋ ਪ੍ਰੋਸੈਸਿਸ ਦਾ ਨਾ ES ਲੱਗਾ ਹੈ, ਇਟ ਮੀਨਸ ਬਹੁਤ ਸਾਰੇ ਪ੍ਰੋਸੈਸਿਸ ਹੁੰਦੇ ਆ ਇੱਕ ਨੀਂਦ ਦੇ ਦੌਰਾਨ। ਜਦੋਂ ਆਪਾਂ ਸੌਂਦੇ ਤੇ ਬਹੁਤ ਸਾਰੇ ਪ੍ਰੋਸੈਸਿਸ ਦੇ ਵਿੱਚੋਂ ਆਪਾਂ ਨਿਕਲਦੇ ਹੈਗੇ। ਕਲੀਅਰ ਹੈ ਜੀ। ਇਸ ਕਰਕੇ ਆਪਾਂ ਆਪਣਾ ਆਨਸਰ ਜੋ ਹੈਗਾ ਹੈ, ਇਹ ਕਿੰਨਾ ਪੈਰਾਗ੍ਰਾਫ ਸੀ ਆਪਣਾ, D ਸੀ। ਸੋ ਆਪਾਂ ਇੱਥੇ D ਫਾਈਂਡ ਆਊਟ ਕਰ ਲਈ, ਇਹ D ਹੈਗਾ ਹੈ ਤੇ D ਦਾ ਲਾਸਟ ਸੇਵ ਆਪਾਂ ਤਾਂ ਕਲਿੱਕ ਕਰ ਦਿੰਦੇ ਆ, ਠੀਕ ਹੈ ਜੀ। ਨੈਕਸਟ ਦੇਖੋ ਹੁਣ ਆਪਾਂ E ਪੈਰਾਗ੍ਰਾਫ ਰੀਡ ਕਰਦੇ ਆ, ਧਿਆਨ ਦੇ ਨਾਲ ਦੇਖਿਓ ਬੱਚੇ। ਕਹਿੰਦੇ ਆ ਸਲੀਪ ਪੈਟਰਨਸ ਚੇਂਜ ਵਿਦ ਏਜ। ਜੋ ਸਲੀਪ ਪੈਟਰਨ ਹੈ ਨਾ ਏਜ ਦੇ ਨਾਲ ਹੀ ਚੇਂਜ ਹੋ ਹੀ ਜਾਂਦਾ ਹੈ। ਕਹਿੰਦੇ ਵਿਚ ਇਜ਼ ਵਾਈ ਮੈਨੀ ਪੀਪਲ ਓਵਰ 60 ਡਿਵੈਲਪ ਇਨਸੋਮਨੀਆ। ਕਹਿੰਦੇ ਇਸੇ ਕਰਕੇ ਜਦੋਂ ਲੋਕ ਓਵਰ 60 ਤੋਂ ਹੋ ਜਾਂਦੇ ਨਾ, 60 ਸਾਲ ਤੋਂ ਉੱਤੇ ਹੋ ਜਾਂਦੇ, ਉਹਨਾਂ ਨੂੰ ਇਨਸੋਮਨੀਆ ਹੋ ਜਾਂਦਾ ਹੈ। In America ਦੇ ਵਿੱਚ that age group consumes almost half the sleep medications on the market। ਕਹਿੰਦੇ ਅਮਰੀਕਾ ਦੇ ਵਿੱਚ ਇਸ ਏਜ ਗਰੁੱਪ ਦੇ ਲੋਕ ਅੱਧ ਤੋਂ ਜ਼ਿਆਦਾ ਜਿਹੜੇ ਹੈਗੇ ਆ ਮੈਡੀਕੇਸ਼ਨ ਮਤਲਬ ਮੈਡੀਸਨ ਲੈਂਦੇ ਆ ਮਾਰਕੀਟ ਤੋਂ। one theory for the age related change is that ਇੱਕ ਥਿਊਰੀ ਜੋ ਏਜ ਰਿਲੇਟਡ ਆ ਉਹ ਕੀ ਆਂਦੀ ਹੈ, ਕਹਿੰਦੇ ਇਟ ਇਜ਼ ਡਿਊ ਟੂ ਹਾਰਮੋਨਲ ਚੇਂਜਸ। ਕਹਿੰਦੇ ਇਹ ਸਾਡੇ ਨਾਲ ਕਿਉਂ ਹੁੰਦਾ ਹੈ ਕਿ ਜਦੋਂ ਅਸੀਂ ਬਜ਼ੁਰਗ ਹੋ ਜਾਂਦੇ ਆ ਤੇ ਸਾਨੂੰ ਨੀਂਦ ਨਹੀਂ ਆਉਂਦੀ। ਕਹਿੰਦੇ ਇਹ ਸਾਰਾ ਕੁਝ ਹੁੰਦਾ ਹੈ ਕਿ ਸਾਡੀ ਬਾਡੀ ਦੇ ਵਿੱਚ ਜੋ ਹਾਰਮੋਨਸ ਆ ਨਾ ਉਹ ਚੇਂਜ ਹੋ ਜਾਂਦੇ ਆ। ਕਹਿੰਦੇ the temperature is rise occurs at daybreak in the young ਦੇ ਵਿੱਚ ਕਹਿੰਦੇ ਜੋ ਟੈਂਪਰੇਚਰ ਰਾਈਜ਼ ਹੁੰਦਾ ਹੈ ਡੇ ਬ੍ਰੇਕ ਦੇ ਟਾਈਮ ਤੇ ਕਹਿੰਦੇ ਬਟ ਐਟ 3 or 4 in the morning in elderly। ਤੇ ਕਹਿੰਦੇ elderly ਦੇ ਵਿੱਚ ਤੇ 3-4 ਵਾਰੀ ਮਾਰਨਿੰਗ ਦੇ ਵਿੱਚ ਹੋ ਜਾਂਦਾ ਹੈ ਟੈਂਪਰੇਚਰ ਰਾਈਜ਼। ਏਜ ਅਸਾਈਡ ਕਹਿੰਦੇ ਏਜ ਤੋਂ ਇਲਾਵਾ ਜੇ ਆਪਾਂ ਹੋਰ ਗੱਲ ਕਰੀਏ ਇਟ ਇਜ਼ ਐਸਟੀਮੇਟਡ ਹੈ ਰਫਲੀ 1 in 3 people suffer from some kind of sleep disturbance। ਕਹਿੰਦੇ 1 in 3 people ਜਿਹੜੇ ਹੈਗੇ ਸਫਰ ਕਰ ਰਹੇ ਹੈਗੇ ਆ ਸਲੀਪ ਡਿਸਟਰਬੈਂਸ ਤੋਂ। ਜਿਹੜੇ ਏਜ ਹੈਗੇ 80 ਮਤਲਬ 60 ਤੋਂ ਪਲੱਸ ਆ ਉਹ ਤੇ ਕਰ ਹੀ ਰਹੇ ਆ, ਬਾਕੀ ਵੀ ਲੋਕ ਸਫਰ ਕਰ ਰਹੇ ਆ। ਕਾਜ਼ਸ ਦਾ ਕਾਰਨ ਕਹਿੰਦੇ ਕਾਰਨ ਕੀ ਆ, may be anything from pregnancy ਹੋ ਸਕਦਾ ਹੈ, stress ਹੋ ਸਕਦਾ ਹੈ, to alcohol and heart diseases ਹੋ ਸਕਦੀ ਹੈ। smoking is non-handicap to sleep with one survey showing that ਜੋ ex smokers ਹੁੰਦੇ got to sleep in 18 minutes rather than their earlier average 52 minutes। ਠੀਕ ਹੈ, ਹੁਣ ਇਹਨੂੰ ਓਵਰਆਲ ਆਪਾਂ ਪੜ੍ਹਦੇ ਹੈਗੇ ਆ ਕੀ ਆਂਦੇ ਆ। ਪਹਿਲੀ ਗੱਲ ਉਹਨਾਂ ਨੇ ਕਹੀ ਹੈ ਕਿ ਜੋ ਸਲੀਪ ਪੈਟਰਨ ਨਾ ਆਪਣੀ ਜਦੋਂ ਜਿਉਂ ਜਿਹਾ ਆਪਣੀ ਬਾਡੀ ਦੇ ਵਿੱਚ ਚੇਂਜ ਹੁੰਦੇ ਉਹ ਚੇਂਜ ਹੋ ਹੀ ਜਾਂਦਾ ਹੈ। ਇਸੇ ਕਰਕੇ ਕਹਿੰਦੇ ਕਿ ਜੋ ਓਵਰ 65 ਉਹਨਾਂ ਨੂੰ ਇਨਸੋਮਨੀਆ ਹੋ ਜਾਂਦਾ, ਮਤਲਬ ਨੀਂਦ ਨਾ ਆਉਣ ਦੀ ਬਿਮਾਰੀ ਹੋ ਜਾਂਦੀ ਹੈ। ਤੇ ਇਹ ਪਾਪੂਲੇਸ਼ਨ ਅੱਧ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਮੈਡੀਸਨ ਲੈ ਰਹੀ ਆ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕੁਝ ਹੋਰ ਕਾਰਨ ਵੀ ਆ, ਲਾਈਕ ਪ੍ਰੈਗਨੈਂਸੀ ਹੋ ਸਕਦੀ ਆ, ਤੁਸੀਂ ਸਟ੍ਰੈਸ ਲੈ ਸਕਦੇ ਹੋ, ਕੋਈ ਅਲਕੋਹਲ ਵਗੈਰਾ, ਕੋਈ ਸਮੋਕਿੰਗ ਵਗੈਰਾ, ਏਦਾਂ ਦੇ ਕਹਿੰਦੇ ਕਿ ਕਾਰਨ ਵੀ ਹੋ ਸਕਦੇ ਹੈਗੇ ਆ। ਠੀਕ ਹੈ ਜੀ, ਹੁਣ ਆਪਾਂ ਦੇਖਦੇ ਹੈਗੇ ਆ ਆਪਣੇ ਆਨਸਰਸ ਨੂੰ ਫਾਈਂਡ ਆਊਟ ਕਰਕੇ ਵੀ ਕੀ ਆਏਗਾ। ਜੋ ਆਪਣੇ ਆਨਸਰ ਹੈਗੇ ਉਹਨਾਂ ਨੂੰ ਇੱਕ ਵਾਰੀ ਆਪਾਂ ਕੱਟ ਕਰ ਦਿੰਦੇ ਆ। ਜਿਹੜੇ ਹੈਗੇ ਆ ਜੀ ਆਪਾਂ ਨੂੰ ਮਿਲ ਗਏ ਸੀ, ਜਿਹੜੇ 28 ਮਿਲ ਗਿਆ ਸੀ, 29 ਮਿਲ ਗਿਆ ਸੀ ਔਰ 32 ਮਿਲ ਗਿਆ ਸੀ ਆਪਾਂ ਨੂੰ ਔਰ ਇੱਕ 35 ਮਿਲ ਗਿਆ। ਠੀਕ, ਹੁਣ ਆਪਾਂ ਬਾਕੀ ਦੇਖਦੇ ਆ। ਦੇਖੋ ਫਸਟ ਰੀਜ਼ਨ ਵਾਈ ਪੀਪਲ ਸਫਰ ਫਰੋਮ ਸਲੀਪ ਡਿਸਆਰਡਰ। ਦੇਖੋ ਕਾਰਨ ਕਿਉਂ ਲੋਕੀ ਸਲੀਪ ਪ੍ਰੋਬਲਮ ਤੋਂ, ਸਲੀਪ ਡਿਸਆਰਡਰਸ ਹੁੰਦਾ ਬਿਮਾਰੀਆਂ ਤੋਂ, ਠੀਕ ਹੈ, ਕਿਉਂ ਲੋਕੀ ਸਲੀਪ ਡਿਸਆਰਡਰ ਤੋਂ ਸਫਰ ਕਰ ਰਹੇ ਤੇ ਉਹੀ ਦੇਖੋ ਤੇ ਗੱਲ ਕੀਤੀ ਹੈ ਰੀਜ਼ਨਸ ਕਿਉਂ ਲੋਕੀ ਸਫਰ ਕਰ ਰਹੇ ਆ। ਪ੍ਰੈਗਨੈਂਸੀ, ਸਟ੍ਰੈਸ, ਅਲਕੋਹਲ, ਇਹ ਸਾਰੇ ਕਾਰਨ ਹੈਗੇ ਆ। ਸੋ ਇੱਕ ਤੇ ਆਪਣਾ ਆਨਸਰ ਇਹ ਆਏਗਾ। ਠੀਕ ਹੈ, ਮਤਲਬ ਕਿਹੜੇ ਵਾਲਾ 30 ਹੋਏਗਾ ਇੱਕ ਆਨਸਰ ਆਪਣਾ। ਨੈਕਸਟ ਦੇਖ ਲੈਣੇ ਲਾਈਫ ਸਟਾਈਲ ਚੇਂजेस ਤੇ ਗੱਲ ਨਹੀਂ ਹੋਈ।
ओवरकम करदा जो स्लीप प्रॉब्लम लाइफस्टाइल चेंज करन दी किते गल नहीं सो ये नहीं आंसर हो सकदा कमर्शियल मैन मेड प्रोडक्ट नहीं दसे किहड़े खाने चाहिए आ रोल ऑफ फिजिकल चेंजेस इन स्लीपिंग हैबिट्स सो रोल ऑफ फिजिकल चेंजेस ਦਾ ਵੀ ਦੱਸੇ ਕਿ ਜੋ ਜੋ ਆਪਾਂ ਬਜ਼ੁਰਗ ਹੋਣ ਲੱਗਦੇ ਮਤਲਬ ਆਪਣੀ ਬਾਡੀ ਦੇ ਵਿੱਚ ਚੇਂਜ ਹੋਣ ਲੱਗ ਪੈਂਦੇ ਨੇ ਜੋ ਜੋ ਆਪਾਂ ਬਜ਼ੁਰਗ ਹੁੰਨੇ ਆ ਤੇ ਕਹਿੰਦੇ ਉਹਦੇ ਨਾਲ ਕੀ ਹੁੰਦਾ ਹੈ ਕਿ ਸਲੀਪਿੰਗ ਹੈਬਿਟਸ ਦੇ ਵਿੱਚ ਚੇਂਜ ਹੁੰਦਾ ਹੈ ਰੋਲ ਆਫ ਫਿਜ਼ੀਕਲ ਦੇਖੋ ਫਿਜ਼ੀਕਲ ਜਦੋਂ ਆਪਣੀ ਬਾਡੀ ਦੇ ਵਿੱਚ ਚੇਂਜ ਆ ਕੇ ਤੇ ਸਲੀਪਿੰਗ ਪੈਟਰਨ ਚ ਖੁਦ ਬ ਖੁਦ ਚੇਂਜ ਹੁੰਦਾ ਕਿਉਂਕਿ ਜਦੋਂ ਆਪਾਂ 60 ਤੋਂ ਉੱਪਰ ਹੋ ਗਏ ਤਾਂ ਆਪਾਂ ਨੂੰ ਇਨਸੋਮੀਆ ਨਾਮ ਦੀ ਇੱਕ ਬਿਮਾਰੀ ਹੋ ਜਾਂਦੀ ਹੈ ਜ਼ਿਆਦਾਤਰ ਬਜ਼ੁਰਗਾਂ ਨੂੰ ਨੀਂਦ ਦੀ ਗੋਲੀ ਦੇਣੀ ਪੈਂਦੀ ਹੈ ਜੋ ਮੈਡੀਸਿਨਸ ਲੈਂਦੇ ਹੈਗੇ ਇਦਾਂ ਦੀਆਂ ਠੀਕ ਹੈ ਜੀ ਸੋ ਐਕੂਰੇਟ ਆਨਸਰ ਇੱਕ ਤੇ ਆਪਣਾ 34 ਆ ਇੱਕ 3030 ਆ ਹੁਣ ਆਪਾਂ ਇਹਨਾਂ ਨੂੰ ਲਾ ਲੈਣੇ ਹੈਗੇ ਆ ਜੀ ਇਹ ਆਪਾਂ ਕਿਹੜਾ ਪੈਰਾਗ੍ਰਾਫ ਪੜ੍ਹਿਆ ਸੀ ਈ ਰੀਡ ਕੀਤਾ ਸੀ ਨਾ ਤਾਂ ਆਪਾਂ ਦੇਖ ਲੈਂਦੇ ਆ ਈ ਦਾ ਆ ਦੇਖੋ ਇਹ ਈ ਕਿਹੜਾ ਸੀ 30 ਰੀਜ਼ਨ ਸੀ ਇੱਕ ਇਹਨੂੰ ਕਲਿੱਕ ਕੀਤਾ ਔਰ ਦੂਸਰਾ ਆਪਣਾ ਕਿਹੜਾ ਸੀ रोल ऑफ फिजिकल चेंज यही वाला है ना रोल ऑफ फिजिकल चेंज ई दा ठीक है जी हुण आपां एफ नु रीड करते हैं देखो जी कहंदे अपार्ट फ्रॉम सेल्फ हेल्प थेरेपी सच एज रेगुलर एक्सरसाइज सच एज साइकोलॉजिकल ट्रीटमेंट इंक्लूडिंग रिलैक्सिंग training and therapy aimed at getting rid of pre-sleep worries and anxieties ਕਹਿੰਦੇ ਕਿ ਜੋ ਸੈਲਫ ਹੈਲਪ ਥੈਰੇਪੀ ਜਿਵੇਂ ਕਿ ਰੈਗੂਲਰ ਐਕਸਰਸਾਈਜ਼ ਕਰਨਾ ਸਾਈਕੋਲੋਜੀਕਲ ਟ੍ਰੀਟਮੈਂਟ ਲੈਣਾ ਰਿਲੈਕਸੇਸ਼ਨ ਟ੍ਰੇਨਿੰਗ ਲੈਣਾ ਥੈਰੇਪੀ ਕਰਨਾ ਇਹ ਸਾਰੀਆਂ ਦਾ ਏਮ ਕੀ ਹੁੰਦਾ ਹੈ ਰੀਡ ਹੁੰਦਾ ਰਾਹਤ ਪਾਉਣਾ ਕਿਹਦੇ ਤੋਂ ਰਾਹਤ ਪਾਉਣਾ ਜੋ ਸਲੀਪ ਨਾਲ ਰਿਲੇਟਡ ਪ੍ਰੋਬਲਮਸ ਹੁੰਦੀਆਂ ਹੈ ਚਿੰਤਾਵਾਂ ਹੁੰਦੀਆਂ ਉਹਨਾਂ ਤੋਂ ਰਾਹਤ ਪਾਉਣਾ ਇਹਨਾਂ ਸਾਰਿਆਂ ਦਾ ਏਮ ਹੈਗਾ ਹੈ ਕਹਿੰਦੇ देयर इज आल्सो रिडक्शन थेरेपी एक स्लीप रिडक्शन थेरेपी भी कहते हैगी आ वेयर द एम इज टू इंप्रूव स्लीप क्वालिटी जेदे नाल जेदा एम की आ कि ओदे नाल भी अपनी जो स्लीप क्वालिटी इंप्रूव हो सकती है बाय स्ट्रिक्टली रेगुलेटिंग द टाइम पीपल गो टू बेड कि अपने टाइम नु बिल्कुल स्ट्रिक्ट करना चाहिए कि मैं इन्ने बजे बेड ते चल जाना इट मीन्स मैं इन्ने बजे सौ जाना है कहते ना हमेशा अपने स्ट्रिक्ट टाइम होना चाहिए कि मैं पक्का 9 बजे सौ जाना है या 10 बजे पक्का मैं बेड ते चल जाना है सौ जाना है ठीक है जी कहते when they get up ਤੇ ਆਪਾਂ ਕਿੰਨੇ ਵਜੇ ਉੱਠਣਾ ਉਹ ਵੀ ਸਟ੍ਰਿਕਟ ਟਾਈਮ ਰੱਖਣਾ ਵੀ ਮੈਂ ਇੰਨੇ ਵਜੇ ਉੱਠਣਾ ਹੈ ਇਸੇ ਕਰਕੇ ਤਾਂ ਆਪਾਂ ਟਾਈਮ ਸਿਰ ਤੇ ਸੋਵਾਂਗੇ ਨਾ ਕਿ ਕੱਲ ਮੈਂ ਜਲਦੀ ਉੱਠਣਾ ਹੈ ਕਹਿੰਦੇ ਮੈਡੀਕੇਸ਼ਨ ਇਜ਼ ਰਿਗਾਰਡਡ ਬਾਈ ਮੈਨੀ ਐਜ਼ ਅ ਲਾਸਟ ਰਿਜ਼ੋਰਟ ਐਂਡ ਆਫਨ ਟੇਕ ਦੀ ਫਾਰਮ ਆਫ ਸਲੀਪਿੰਗ ਪਿਲਸ ਕਹਿੰਦੇ ਮੈਡੀਸਿਨਸ ਜਿਹੜੀ ਹੁੰਦੀ ਹੈ ਨਾ ਕਾਫੀ ਸਾਰੇ ਲੋਕਾਂ ਲਈ ਲਾਸਟ ਆਪਸ਼ਨ ਹੁੰਦੀ ਹੈ ਪਹਿਲਾਂ ਉਹ ਹੀ ਚੀਜ਼ਾਂ ਟਰਾਈ ਕਰਕੇ ਦੇਖਦੇ ਉਸ ਤੋਂ ਬਾਅਦ ਉਹ ਲਾਸਟ ਆਪਸ਼ਨ ਤੇ ਮੈਡੀਸਨ ਲੈਂਦੇ ਆ ਕਿ ਹਾਂ ਹੁਣ ਇਹ ਸਾਰੀ ਚੀਜ਼ਾਂ ਕੰਮ ਨਹੀਂ ਕੀਤੀਆਂ ਮੈਨੂੰ ਮੈਡੀਸਨ ਲੈਣੀ ਚਾਹੀਦੀ ਆ ਠੀਕ ਹੈ ਜੀ ਕਹਿੰਦੇ ਨਾਰਮਲੀ ਕਹਿੰਦੇ ਬੈਂਜ਼ੋਡਾਇਆਜ਼ੇਪੀਨਸ ਵਿਚ ਆਰ ਮਾਈਨਰ ਟ੍ਰੈਂਕੁਲਾਈਜ਼ਰਸ ਹੁਣ ਟ੍ਰੈਂਕੁਲਾਈਜ਼ਰਸ ਦਾ ਮਤਲਬ ਹੁੰਦਾ ਹੈ ਸ਼ਾਂਤੀ ਕਰਨ ਵਾਲੀਆਂ ਮਤਲਬ ਜੋ ਸ਼ਾਂਤੀ ਦਿੰਦੀਆਂ ਇੱਥੇ ਮੈਡੀਸਨ ਦਾ ਨੇਮ ਲਿਆ ਇਹਨਾਂ ਨੇ ਠੀਕ ਹੈ ਜੀ ਬੈਂਜ਼ੋਡਾਇਆਜ਼ੇਪਾਈਨਸ ਹੁਣ ਦੇਖੋ ਓਵਰਆਲ ਪੈਸੇਜ ਤੁਹਾਡਾ ਕੀ ਕਹਿ ਰਿਹਾ ਹੈ ਕਹਿੰਦਾ ਹੈ ਕਿ ਜੋ ਆਪਾਂ ਰੈਗੂਲਰ ਐਕਸਰਸਾਈਜ਼ ਕਰਦੇ ਆ ਸਾਈਕੋਲੋਜੀਕਲ ਟ੍ਰੀਟਮੈਂਟ ਲੈਣੇ ਹੈਗੇ ਆ ਰਿਲੈਕਸੇਸ਼ਨ ਟ੍ਰੇਨਿੰਗ ਲੈਣੇ ਹੈਗੇ ਉਹਨਾਂ ਸਾਰਿਆਂ ਦਾ ਏਮ ਕੀ ਹੁੰਦਾ ਹੈ ਕਿ ਆਪਾਂ ਸਲੀਪ ਨਾਲ ਰਿਲੇਟਡ ਜਿਹੜੀਆਂ ਵੀ ਪ੍ਰੋਬਲਮ ਆ ਉਹਨਾਂ ਤੋਂ ਰਾਹਤ ਪਾਉਣਾ ਇਸ ਤੋਂ ਇਲਾਵਾ ਕਹਿੰਦੇ ਹੈਗੇ ਆ ਕਿ ਤੁਹਾਨੂੰ ਇੱਕ ਸਲੀਪ ਰਿਡਕਸ਼ਨ ਥੈਰੇਪੀ ਵੀ ਲੈਣੀ ਚਾਹੀਦੀ ਇਟ ਮੀਨਸ ਸਟ੍ਰਿਕਟ ਟਾਈਮ ਹੋਣਾ ਚਾਹੀਦਾ ਇੰਨੇ ਟਾਈਮ ਤੇ ਮੈਂ ਬੈੱਡ ਤੇ ਜਾਣਾ ਹੈ ਇੰਨੇ ਟਾਈਮ ਤੇ ਮੈਂ ਉੱਠਣਾ ਹੈ ਤੇ ਮੈਡੀਸਨ ਜਿਹੜੀ ਹੈਗੀ ਉਹ ਆਪਣੀ ਲਾਸਟ ਆਪਸ਼ਨ ਰੱਖਣੀ ਚਾਹੀਦੀ ਹੈ ਸ਼ਾਂਤੀ ਲੈਣ ਵਾਸਤੇ ਠੀਕ ਹੈ ਜੀ ਹੁਣ ਦੇਖੋ ਤੁਹਾਡਾ ਐਕੂਰੇਟ ਆਨਸਰ ਕੀ ਆਂਦਾ ਹੈ ਜੋ ਆਪਣੇ ਆਨਸਰ ਹੋ ਗਏ ਆ ਨਾ ਤੇ ਉਹਨਾਂ ਨੂੰ ਆਪਾਂ ਐਲੀਮੀਨੇਟ ਕਰ ਦਾਂਗੇ ਜਿਵੇਂ ਆਪਣਾ 28 ਵੀ ਹੋ ਗਿਆ 29 ਵੀ ਹੋ ਗਿਆ ਹੈ 30 ਵੀ ਹੋ ਗਿਆ ਹੈ 32 ਵੀ ਹੋ ਗਿਆ ਹੈ 34 ਵੀ ਹੋ ਗਿਆ ਹੈ ਤੇ 35 ਵੀ ਹੋ ਗਿਆ ਹੁਣ ਆਪਣੇ ਆਨਸਰ ਦੋ ਰਹਿ ਗਿਆ ਕਮਰਸ਼ੀਅਲ ਮੈਡ ਪ੍ਰੋਡਕਟ ਫॉर ਸਲੀਪਲੈਸਨੈਸ ਦੀ ਗੱਲ ਨਹੀਂ ਹੋਈ ਠੀਕ ਹੈ ਕਿਹਦੀ ਗੱਲ ਹੋਈ ਹੈ ਦੇਖੋ lifestyle changes which can help overcome sleep related problem ਜਦੋਂ ਆਪਾਂ ਆਪਣਾ ਲਾਈਫਸਟਾਈਲ ਚੇਂਜ ਕਰਾਂਗੇ ਮਤਲਬ ਟਾਈਮ ਸਿਰ ਤੇ ਉੱਠਾਂਗੇ ਟਾਈਮ ਸਿਰ ਤੇ ਸੋਵਾਂਗੇ ਇਹ ਚੀਜ਼ਾਂ ਹੈਲਪ ਕਰ ਸਕਦੇ ਓਵਰਕਮ ਮਤਲਬ ਰਿਡਿਊਸ ਕਰਨ ਦੇ ਵਿੱਚ ਸਲੀਪ ਰਿਲੇਟਡ ਪ੍ਰੋਬਲਮ claimed देखो claim about a commercialized man made product ਦੇ ਬਾਰੇ claim ਨਹੀਂ ਕੀਤਾ ਗਿਆ ਹੈਗਾ ਠੀਕ ਹੈ ਕਿਉਂਕਿ ਇਹਦੇ ਵਿੱਚ ਸਲੀਪਿੰਗ ਦੀਆਂ ਜੋ ਮੈਡੀਸਿਨ ਸੀ ਨੂੰ ਲਾਸਟ ਆਪਸ਼ਨ ਰੱਖਿਆ ਗਿਆ ਸੀ ਜ਼ਿਆਦਾਤਰ ਕਿਸ ਚੀਜ਼ ਤੇ ਜ਼ੋਰ ਦਿੱਤਾ ਗਿਆ ਸੀ ਆਪਣਾ ਲਾਈਫਸਟਾਈਲ ਚੇਂਜ ਕਰਨ ਤੇ ਕਿ ਟਾਈਮ ਸਿਰ ਤੇ ਉੱਠੋ ਤੇ ਟਾਈਮ ਸਿਰ ਤੇ ਸੋਵੋ ਤੇ ਆਪਣਾ ਐਫ ਹੈਗਾ ਸੀ ਹੁਣ ਆਪਣਾ ਐਫ ਦਾ ਆਨਸਰ ਲਾ ਲਾਂਗੇ ਜੀ ਦੇਖੋ ਇੱਥੇ ਦੇਖਦੇ ਐਫ ਔਰ ਐਫ ਵਾਲਾ ਇਹ ਹੈ ਕਿੰਨਾ ਆਨਸਰ ਸੀ ਆਪਣਾ ਜੀ ਇਹ ਹੈਗਾ ਸੀ 31 ਇੱਥੇ ਕਲਿੱਕ ਕਰ ਦਾਂਗੇ ठीक है जी नेक्स्ट हम देखो हम अपना एक ही आंसर लै गया है
ਕਮਰਸ਼ੀਅਲ ਮੈਨ ਮੇਡ ਪ੍ਰੋਡਕਟ। ਅਗਰ ਤੁਸੀਂ ਪਹਿਲੇ ਵਾਲੇ ਕੁਐਸਚਨ ਬਹੁਤ ਹੀ ਕਲੀਅਰਲੀ ਆਰਾਮ ਦੇ ਨਾਲ ਰੀਡ ਕਰ ਲੈਂਦੇ ਹੋ, ਲਾਸਟ ਵਾਲਾ ਆਨਸਰ ਤੁਹਾਨੂੰ ਆਪਣੇ ਆਪ ਹੀ ਮਿਲ ਜਾਏਗਾ। ਜਿਵੇਂ ਹੁਣ ਇੱਥੇ ਮੈਨ ਮੇਡ ਪ੍ਰੋਡਕਟ ਦੀ ਗੱਲ ਹੋਈ, ਬਸ ਜਸਟ ਆਪਾਂ ਦੇਖਾਂਗੇ ਕਿ ਮੈਨ ਮੇਡ ਪ੍ਰੋਡਕਟ ਦੀ ਭਲਾ ਇੱਥੇ ਗੱਲ ਕੀਤੀ ਹੋਈ ਹੈ ਕਿ ਨਹੀਂ ਕੀਤੀ ਹੋਈ। ਧਿਆਨ ਦੇ ਨਾਲ ਦੇਖਿਓ। ਦੇਖੋ ਬੱਚੇ, ਜਦੋਂ ਆਪਾਂ ਜੀ ਪੈਰਾਗ੍ਰਾਫ ਨੂੰ ਦੇਖਦੇ ਐਨਾਲਾਈਜ਼ ਕਰਦੇ ਆ ਤੇ ਇਹਦੇ ਵਿੱਚ ਸਿੱਧਾ ਹੀ ਆਪਾਂ ਨੂੰ ਇਹ ਆਨਸਰ ਮਿਲ ਜਾਂਦਾ ਹੈ ਕੈਪਸੂਲਸ ਐਂਡ ਟੈਬਲੇਟ। ਤੇ ਉਹ ਕੀ ਹੋ ਗਏ, ਕਮਰਸ਼ੀਅਲ ਮੈਨ ਮੇਡ ਪ੍ਰੋਡਕਟ ਹੋ ਗਏ ਜੋ ਸਲੀਪਲੈਸਨੈਸ ਦੇ ਲਈ। ਇਹਦੇ ਸਾਰੇ ਦੇ ਵਿੱਚ ਮੈਡੀਸਿਨਸ ਦੀ ਗੱਲ ਕੀਤੀ ਹੋਈ ਹੈ, ਜਿਵੇਂ ਹਰਬਸ ਦੀ ਗੱਲ ਕੀਤੀ ਹੋਈ ਹੈ, ਇਨਸੋਮਨੀਆ ਨੂੰ ਲੈ ਕੇ ਗੱਲ ਕੀਤੀ ਹੋਈ ਆ, ਟੈਬਲੇਟਸ ਦੀ ਗੱਲ ਕੀਤੀ ਹੋਈ ਹੈ, ਸਲੀਪਿੰਗ ਟੈਬਲੇਟਸ। ਇਟ ਮੀਨਸ ਇਹਦਾ 33 ਤੁਹਾਡਾ ਆਨਸਰ ਆਏਗਾ। ਅਗਰ ਤੁਸੀਂ ਪਹਿਲੇ ਵਾਲੇ ਕਲੀਅਰਲੀ ਰੀਡ ਕਰ ਲੈਣੇ ਹੈਗੇ ਹੋ ਤੇ ਲਾਸਟ ਵਾਲਾ ਤੁਹਾਨੂੰ ਆਪਣੇ ਆਪ ਫਾਈਂਡ ਆਊਟ ਹੋ ਜਾਏਗਾ। ਠੀਕ ਹੈ ਜੀ, ਅੱਜ ਆਪਾਂ ਕੀਤੇ ਹੈਗੇ ਸੀ ਆਪਣੀ ਮੈਚਿੰਗ, ਜਿਹਨੂੰ ਆਪਾਂ ਹੈਡਿੰਗਸ ਵੀ ਕਹਿ ਦਿੰਦੇ ਆ। ਅਗਰ ਕਿਸੇ ਕੁਐਸਚਨ ਟਾਈਪ ਦੇ ਵਿੱਚ ਤੁਹਾਨੂੰ ਪ੍ਰੋਬਲਮ ਹੋਈ, ਤੁਸੀਂ ਮੈਨੂੰ ਕਮੈਂਟ ਕਰ ਦਿਓ। I will try to make video on that particular module। ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ, ਇਸ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਨਾਲ।